ਸੋ ਦਾ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰ ਮੰਗਲਵਾਰ ਆਪਾਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ, ਜਿਸ ਦੇ ਵਿੱਚ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਬਾਤ, ਉਸ ਦੇ ਨਾਲ ਇਰਦ ਗਿਰਦ ਜੋ ਚੱਲ ਰਿਹਾ ਹੁੰਦਾ ਆ, ਕੀ ਲੇਟੈਸਟ ਚੱਲ ਰਿਹਾ ਆ, ਕਾਹਦਾ ਵਕਤ ਹੁੰਦਾ ਆ ਫਾਰਮਸ ਦੇ ਵਿੱਚ, ਉਸ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ। ਆਪਣੇ ਨਾਲ ਕਾਫੀ ਐਕਸਪਰਟਸ ਜੁੜਦੇ ਨੇ। ਅੱਜ ਆਪਣੇ ਨਾਲ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਰੈਸਨੋ ਸਟੇਟ ਤੋਂ ਡਾਕਟਰ ਰਣਜੀਤ ਰਿਆੜ ਜੀ ਉਹ ਜੁੜ ਚੁੱਕੇ ਨੇ। ਆਪਣੇ ਨਾਲ ਪਹਿਲਾਂ ਵੀ ਕਾਫੀ ਵਾਰੀ ਇਹਨਾਂ ਨੇ ਵੱਖ-ਵੱਖ ਇਸ਼ੂਜ਼ ਦੇ ਉੱਤੇ ਗੱਲਬਾਤ ਕੀਤੀ ਆ। ਆਓ ਅੱਜ ਵੀ ਵੱਖ-ਵੱਖ ਇਸ਼ੂਜ਼ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਡਾਕਟਰ ਰਿਆੜ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਜੇ ਉੱਦਾਂ ਤੁਸੀਂ ਕੋਈ ਕੁਐਸਚਨ ਹੋਵੇ ਜਿਹੜੇ ਟੌਪਿਕ ਦੇ ਉੱਤੇ, ਜਾਂ ਤੁਹਾਡਾ ਕੋਈ ਵੈਸੇ ਕੁਐਸਚਨ ਹੈਗਾ ਡਾਕਟਰ ਰਿਆੜ ਨੂੰ, ਤੁਸੀਂ ਕਾਲ ਵੀ ਕਰ ਸਕਦੇ ਹੋ ਪ੍ਰੋਗਰਾਮ ਦੇ ਦਰਮਿਆਨ, ਕਾਲ ਕਰਕੇ 4082725200 ਦੇ ਉੱਤੇ, ਤੇ ਉਹ ਤੁਹਾਡੇ ਜਿਹੜੇ ਸਵਾਲ ਦਾ ਜਿਹੜਾ ਆ ਉਹ ਜਵਾਬ ਦੇਣ ਦੀ ਜਿਹੜੀ ਉਸ ਦੇ ਵਿੱਚ ਕੋਸ਼ਿਸ਼ ਕਰਨਗੇ। ਡਾਕਟਰ ਰਿਆੜ, ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਅਲ ਨੀਨੀਓ, ਆਪਾਂ ਬਹੁਤ ਸੁਣ ਰਹੇ ਹਾਂ ਇਸ ਵਾਰੀ, ਕਹਿੰਦੇ ਵੀ ਇਹ ਇਫੈਕਟ ਦੇ ਵਿੱਚ ਜਿਹੜਾ ਉਹ ਹੈਗਾ ਆ। ਇੱਕ ਤਾਂ ਜੇ ਤੁਸੀਂ ਥੋੜ੍ਹਾ ਜਿਹਾ ਬਰੀਫਲੀ ਐਕਸਪਲੇਨ ਅਲ ਨੀਨੀਓ ਇਫੈਕਟ ਨੂੰ ਕਰੋ, ਫਿਰ ਆਪਾਂ ਉਸ ਦੇ ਨਾਲ ਸੰਬੰਧਿਤ ਜਿਹੜੇ ਮੀਂਹ ਪੈ ਰਹੇ ਆ, ਫਲੱਡਿੰਗਸ ਹੋ ਰਹੀਆਂ ਆ, ਉਸ ਦੇ ਉੱਤੇ ਚਰਚਾ ਕਰਦੇ ਹਾਂ। ਹਾਂਜੀ, ਇਹ ਨਾ ਜਿਹੜਾ ਗਲੋਬਲ ਵੈਦਰ ਫਿਨੋਮੀਨਾ ਆ ਜੀ, ਇਹ ਡਿਟਰਮਿਨ ਹੁੰਦਾ ਆ, ਇਹਦਾ ਜਿਹੜਾ ਜੋ ਗਲੋਬਲ ਪੈਟਰਨਸ ਜਿਹੜੇ ਬਣਦੇ ਆ ਵੀ ਸੀਜ਼ਨ ਆ ਕਿਤੇ, ਉਹ ਧਰਤੀ ਦੀ ਰੋਟੇਸ਼ਨ ਦੇ ਹਿਸਾਬ ਨਾਲ, ਤੇ ਧਰਤੀ ਦੇ ਉੱਤੇ ਜਿਹੜਾ ਪਾਣੀ ਆ ਉਹਦੀ ਜਿਹੜੀ ਰੋਟੇਸ਼ਨ ਆ, ਓਸ਼ਨ ਕਰੰਟਸ ਜਿਹੜੇ ਆ ਉਹਨਾਂ ਦੀ ਡਾਇਰੈਕਸ਼ਨ ਤੇ ਉਹਨਾਂ ਦਾ ਫਲੋ ਆ, ਤੇ ਟੈਂਪਰੇਚਰ ਡਿਫਰੈਂਸ ਆ, ਉਹ ਡਿਟਰਮਿਨ ਕਰਦਾ ਆ ਕਿ ਪਾਣੀ ਗਰਮ ਹੋ ਕੇ ਠੰਡੇ ਤੋਂ ਕਿੱਧਰ ਨੂੰ ਜਾ ਰਿਹਾ। ਪੋਲਸ ਦੇ ਵਿੱਚ ਜਿਹੜਾ ਧਰਤੀ ਦੇ ਆ ਉਹ ਪਾਣੀ ਠੰਡਾ ਹੁੰਦਾ ਆ। ਇਕੁਏਟੋਰੀਅਲ ਰੀਜਨ ਜਿਹੜਾ ਬਿਲਕੁਲ ਮਿਡਲ 'ਚ ਆ ਧਰਤੀ ਦੇ ਉੱਤੇ, ਉੱਥੇ ਗਰਮੀ ਜ਼ਿਆਦਾ ਪੈਂਦੀ, ਇਸ ਕਰਕੇ ਉੱਥੇ ਪਾਣੀ ਵੀ ਗਰਮ ਹੁੰਦਾ। ਸੋ ਗਰਮ ਪਾਣੀ ਠੰਡੇ ਵੱਲ ਨੂੰ ਜਾਂਦਾ, ਠੰਡਾ ਪਾਣੀ ਗਰਮ ਵੱਲ ਨੂੰ ਆਉਂਦਾ। ਸੋ ਇਹ ਸਾਈਕਲਿਕ ਕਰੰਟਸ ਚੱਲਦੇ ਨੇ ਡਿਫਰੈਂਟ ਓਸ਼ਨਸ ਦੇ ਵਿੱਚ। ਸੋ ਜੇ ਤੁਸੀਂ ਕਿਤੇ ਬੀਚ ਤੇ ਜਾਣ ਦਾ ਤੁਹਾਨੂੰ ਮੌਕਾ ਮਿਲਿਆ ਹੋਵੇ, ਤੇ ਈਸਟ ਕੋਸਟ ਦੇ ਜਿੰਨੇ ਵੀ ਬੀਚਿਸ ਆ, ਫਲੋਰੀਡਾ, ਜਾਰਜੀਆ, ਉੱਥੇ ਪਾਣੀ ਅਟਲਾਂਟਿਕ ਦਾ ਗਰਮ ਹੁੰਦਾ ਉਸ ਸਾਈਡ ਤੇ। ਠੀਕ ਹੈ। ਤੇ ਤੁਸੀਂ ਆਪਣੇ ਇੱਥੇ ਕੈਲੀਫੋਰਨੀਆ ਦੇ ਕਿਸੇ ਵੀ ਬੀਚ ਤੇ ਚਲ ਜਾਓ, ਪੂਰੀ ਗਰਮੀ ਵੀ ਹੋਊਗੀ, ਤੁਹਾਡੇ ਤੋਂ 5 ਮਿੰਟ ਤੋਂ ਵੱਧ, 10 ਮਿੰਟ ਤੋਂ ਵੱਧ ਪਾਣੀ ਠੰਡਾ ਹੀ, ਕਿਉਂਕਿ ਪਾਣੀ ਠੰਡਾ ਹੁੰਦਾ, ਕਿਉਂਕਿ ਪਾਣੀ ਇਹ ਨਾਰਥ ਤੋਂ ਥੱਲੇ ਨੂੰ ਆ ਰਿਹਾ, ਈਸਟ ਕੋਸਟ ਤੇ ਗਲਫ ਤੋਂ, ਮੈਕਸੀਕਨ ਗਲਫ ਤੋਂ ਉੱਪਰ ਨੂੰ ਜਾ ਰਿਹਾ ਹੁੰਦਾ, ਪੋਲ ਨੂੰ ਠੰਡਾ ਹੋਣ ਵਾਸਤੇ ਜਾ ਰਿਹਾ ਹੁੰਦਾ। ਸੋ ਉਹ ਗਰਮੈਸ਼ ਲੈ ਕੇ ਉੱਪਰ ਜਾ ਰਿਹਾ ਹੈ, ਇਹ ਠੰਡ ਲੈ ਕੇ ਥੱਲੇ ਆ ਰਿਹਾ। ਸੋ ਕਿਤੇ ਨਾ ਕਿਤੇ ਮੈਕਸੀਕੋ ਤੋਂ ਥੱਲੇ ਜਾ ਕੇ ਇਹ ਜਿਹੜਾ ਪੋਲ ਵੱਲੋਂ ਪਾਣੀ ਠੰਡਾ ਥੱਲੇ ਆ ਰਿਹਾ, ਉਹ ਉੱਪਰ ਜਿਹੜਾ ਗਰਮ ਪਾਣੀ 'ਚ ਜਾ ਕੇ ਜਦੋਂ ਮਿਲਦਾ, ਸੋ ਕਿੱਥੇ ਜਾ ਕੇ ਉਹ ਮਿਲਦਾ ਆ, ਉਹਦੇ ਹਿਸਾਬ ਨਾਲ ਜਿਹੜਾ ਪਾਣੀ ਦਾ ਟੈਂਪਰੇਚਰ ਆ ਉਹ ਨਾਰਮਲ ਨਾਲੋਂ ਕਿੰਨਾ ਵੱਧ ਆ ਜਾਂ ਕਿੰਨਾ ਘੱਟ ਆ, ਤੇ ਉਹਦੀ ਲੋਕੇਸ਼ਨ ਕਿੱਥੇ ਆ, ਉਹਦੇ ਬੇਸਿਸ ਤੇ ਡਿਟਰਮਿਨ ਹੁੰਦਾ ਵੀ ਜਿਹੜਾ ਵੇਪਰ ਹੈਗਾ ਆ, ਵਾਸ਼ਪ ਹੈ ਜਿਹੜਾ ਪਾਣੀ ਦਾ, ਉਹ ਕਿੱਥੇ ਜਨਰੇਟ ਹੋਣਾ, ਕਿੰਨਾ ਜਨਰੇਟ ਹੋਣਾ, ਤੇ ਕਿਸ ਡਾਇਰੈਕਸ਼ਨ 'ਚ, ਕਿਹੜੇ ਰਾਹ ਲੰਘਣਾ। ਸੋ ਜਿੱਦਾਂ ਹੁਣ ਪਾਈਨਐਪਲ ਐਕਸਪ੍ਰੈਸ ਦੀ ਆਪਾਂ ਗੱਲ ਕਰਦੇ ਵੀ, ਨਾਰਮਲੀ ਹਵਾਈ ਵਾਲੇ ਪਾਸਿਓਂ ਗਰਮ ਪਾਣੀ, ਉਹਦੇ ਕਰਕੇ ਉਹ ਸਿੱਧਾ ਇੱਕ ਉਹਨੇ ਹਾਈਵੇ ਬਣਿਆ ਆ, ਜਿਹਨੂੰ ਐਟਮੋਸਫੈਰਿਕ ਰਿਵਰ ਤਾਂ ਹੁਣ ਕਹਿਣ ਲੱਗੇ ਆ ਨਾ, ਪਹਿਲਾਂ ਉਹਨੂੰ ਪਾਈਨਐਪਲ ਐਕਸਪ੍ਰੈਸ ਕਹਿੰਦੇ ਸੀਗੇ, ਕਿ ਹਵਾਈ ਵੱਲੋਂ ਗਰਮ ਹਵਾਵਾਂ ਆਉਂਦੀਆਂ ਤੇ ਪਾਣੀ ਲੈ ਕੇ ਸਿਐਟਲ ਤੋਂ ਉੱਪਰ, ਜਿਹੜਾ ਉੱਥੇ ਰੋਜ਼ ਦਿਹਾੜੀ ਦਾ ਮੀਂਹ ਦਾ ਪੈਣਾ, ਜਾਂ BC ਦੇ ਵਿੱਚ ਜਿਹੜੀ ਸਨੋ ਪੈਂਦੀ ਆ, ਉਹ ਸਾਰੀ ਉਧਰੋਂ ਆਉਂਦੀ ਆ। ਹੁਣ ਉਹ ਚੀਜ਼ ਜਦੋਂ ਕਿਤੇ ਪੋਲਰ ਜੈਟ ਸਟਰੀਮ ਨਾਲ ਥੱਲੇ ਨੂੰ ਆ ਜਾਂਦੀ ਆ, ਪੋਲਰ ਜੈਟ ਸਟਰੀਮ ਦਾ ਧੱਕਾ ਲੱਗਦਾ ਜੈਟ ਸਟਰੀਮ ਦਾ, ਤੇ ਉਹ ਮੀਂਹ ਫਿਰ ਕੈਲੀਫੋਰਨੀਆ 'ਚ ਪੈਣ ਲੱਗ ਜਾਂਦਾ। ਰੈਡਿੰਗ ਵਾਲਾ ਏਰੀਆ, ਨਾਰਦਰਨ ਕੈਲੀਫੋਰਨੀਆ ਜ਼ਿਆਦਾ ਮੀਂਹ ਪੈਂਦਾ ਹੈ, ਉਹ ਇਸੇ ਕਰਕੇ ਪੈਂਦਾ ਕਿ ਉੱਥੇ ਉਹ ਪਾਈਨਐਪਲ ਐਕਸਪ੍ਰੈਸ ਦੀ ਰੇਂਜ 'ਚ ਆ ਜਾਂਦਾ, ਸੈਂਟਰਲ ਵੈਲੀ ਨਹੀਂ ਆਉਂਦੀ। ਪਰ ਜਦੋਂ ਕਿਤੇ ਉਹਦਾ ਡਾਇਲ ਥੋੜਾ ਥੱਲੇ ਨੂੰ ਘੁੰਮ ਜਾਂਦਾ, ਤੇ ਉਦੋਂ ਇੱਥੇ ਜ਼ਿਆਦਾ ਮੀਂਹ ਪੈਣ ਲੱਗਦਾ। ਪਰ ਚਲੋ ਉਹ ਤੇ ਮੀਂਹ ਨਾਰਮਲ ਕਿਸੇ ਟਾਈਮ ਵੀ ਹੋ ਸਕਦਾ, ਪਰ ਜਿਹੜਾ ਐਲ ਨੀਨੀਓ ਆ, ਇਹ ਗਲੋਬਲ ਫਿਨੋਮੀਨਾ ਆ, ਇਹ ਔਸੀਲੇਸ਼ਨ ਹੁੰਦੀ ਆ ਵੀ ਉਹਦੀ ਇਕੁਏਟੋਰੀਅਲ ਰੀਜਨ ਦੇ ਵਿੱਚ ਜਿਹੜਾ ਉਹ ਨਾਰਥ ਨੂੰ ਚੱਲਿਆ ਕਿ ਸਾਊਥ ਨੂੰ ਚੱਲਿਆ। ਠੀਕ ਹੈ, ਠੀਕ ਹੈ। ਜੇ ਤਾਂ ਉਹ ਨਾਰਥ ਨੂੰ ਚੱਲਿਆ, ਫਿਰ ਕੈਲੀਫੋਰਨੀਆ ਦੇ ਵਿੱਚ ਜਿੱਦਾਂ ਮੀਂਹ ਪੈਂਦੇ ਆ, ਤੇ ਸਦਰਨ ਅਮਰੀਕਾ ਦੇ ਵਿੱਚ ਉੱਥੇ ਕਿਤੇ ਡਰਾਟ ਹੋਊਗਾ। ਜੇ ਉਹ ਸਾਊਥ ਨੂੰ ਚਲਾ ਗਿਆ, ਤੇ ਫਿਰ ਉਧਰ ਮੀਂਹ ਪੈਣਗੇ, ਤੇ ਇੱਥੇ ਡਰਾਟ ਹੋਊਗਾ। ਸੋ 14, 16, 15, 2000 ਦੇ ਵਿੱਚ ਜਿਹੜਾ ਇੱਥੇ ਡਰਾਟ ਸੀਗਾ, ਪ੍ਰੋਲੋਂਗਡ ਡਰਾਟ ਸੀਗਾ, ਉਹ ਇਸੇ ਕਰਕੇ ਸੀਗਾ ਕਿ ਜਿਹੜਾ ਵਾਟਰ ਵੇਪਰ ਇਸ ਸਾਈਡ ਨੂੰ ਆਉਣਾ ਸੀ, ਉਹ ਨਹੀਂ ਆਇਆ, ਸਾਊਥ ਨੂੰ ਗਿਆ, ਸਾਊਥ ਨੂੰ ਚਲਾ ਗਿਆ। ਸੋ ਹੁਣ ਜਿਹੜੇ ਆਪਾਂ ਹੁਣ ਦੇਖ ਰਹੇ ਹਾਂ, ਪਿਛਲੇ ਸਾਲ ਵੀ ਬਹੁਤ ਮੀਂਹ ਪਏ, ਇਹਨਾਂ ਸਮਿਆਂ ਦੇ ਦੌਰਾਨ ਕਾਫੀ ਜ਼ਿਆਦਾ, ਕਾਫੀ ਜਿਹੜਾ ਉਹ ਪੈ ਚੁੱਕਾ ਸੀਗਾ। ਅਜੇ ਉਹਨਾਂ ਨਹੀਂ, ਇਸ ਵਾਰ ਤਾਂ ਕਹਿੰਦੇ ਵੀ ਵੈਟ ਵਿੰਟਰ ਜਿਹੜੀ ਉਹ ਅਜੇ ਜਨਵਰੀ ਦੇ ਵੀ 10 ਦਿਨ ਹੈਗੇ ਆ, 8-10 ਦਿਨ ਮੌਕਾ ਲਈਏ, ਫੈਬਰਰੀ ਪਿਆ, ਮਾਰਚ ਪਿਆ ਆ, ਤੇ ਕਾਫੀ ਕੁਛ ਹੋਊਗਾ। ਅਜੇ ਹੌਸਲਾ ਨਾ ਹਾਰੋ। ਬਾਕੀ ਮੀਂਹ ਨਾਲੋਂ ਜ਼ਿਆਦਾ ਸਨੋ ਜਿਹੜੀ ਆ ਕਿ ਨਹੀਂ, ਉਹ ਜ਼ਿਆਦਾ ਜ਼ਰੂਰੀ, ਤੇ ਉਹ ਪੈ ਰਹੀ ਆ, ਜਿਹੜਾ ਹਾਈ ਐਲਟੀਟਿਊਡਸ ਦੇ ਉੱਤੇ ਜਿਹੜੀ ਉਹ ਪੈਣੀ ਚਾਹੀਦੀ, ਉਹ ਪੈ ਰਹੀ ਆ। ਸਿਆਰਾ 'ਚ ਭਰ ਰਹੇ ਆ, ਵਿਚ ਇਜ਼ ਗੁੱਡ।
ਉਹਦੇ ਨਾਲ ਰਿਜ਼ਰਵਾਇਰਸ ਭਰੇ ਰਹਿੰਦੇ ਆ। ਹਾਂਜੀ, ਨਾਲੇ ਗਰਮੀਆਂ 'ਚ ਸਪਲਾਈ ਜਿਹੜੀ ਉਹ ਬਣੀ ਰਹਿੰਦੀ ਹੈ, ਜਿਵੇਂ ਉਹ ਪਿਘਲਦੀ ਆ। ਸੋ ਮੀਂਹ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ ਐਲ ਨੀਨੋ ਦੇ ਨਾਲ ਜਿਹੜੀ ਵੈਟ ਵਿੰਟਰ ਦੇ ਨਾਲ ਸਨੋ ਪੈਕ ਆ ਜਿਹੜਾ ਉਹ ਭਰਿਆ ਰਵੇ, ਬਣਿਆ ਰਵੇ, ਤੇ ਗਰਮੀਆਂ ਦੇ ਵਿੱਚ ਪਿਘਲੇ ਨਾ ਪੂਰਾ, ਜਲਦੀ ਨਾ ਪਿਘਲੇ। ਹੌਲੀ ਇਹ ਨਹੀਂ ਵੀ ਜਲਦੀ ਨਾ ਪਿਘਲੇ ਹੀ ਨਾ, ਇੰਨਾ ਕੁ ਜ਼ਿਆਦਾ ਹੋਵੇ ਕਿ ਇੰਨੀ ਕੁ ਉੱਥੇ ਆਲਟੀਟਿਊਡ ਹੋਣ ਕਰਕੇ ਵੀ ਉਹ ਓਵਰ ਦਾ ਟਾਈਮ ਜੇ ਬਿਲਡ ਅਪ ਹੋ ਸਕੇ ਕੁਝ ਸਾਲ, ਤੇ ਉਹ ਆਉਣ ਵਾਲੇ ਡਰੌਟ ਦੇ ਵਿੱਚ ਘੱਟੋ ਘੱਟ ਜ਼ਿਆਦਾ ਨਹੀਂ ਤੇ ਇੱਕ ਅੱਧੇ ਸਾਲ 'ਚ ਤੇ ਵਾਟਰ ਸਪਲਾਈ ਜਿਹੜੀ ਆ ਉਹਨੂੰ ਐਕਸਟੈਂਡ ਕਰਨ ਦੇ ਵਿੱਚ ਹੈਲਪ ਕਰ ਸਕਦਾ ਹੈ। ਬਿਲਕੁਲ। ਤੇ ਹੁਣ ਆਪਾਂ ਜਿੱਦਾਂ ਦੇਖ ਰਹੇ ਹੈਗੇ ਆ ਡਾਕਟਰ ਸਾਹਿਬ ਵੀ ਸੈਨ ਡਿਏਗੋ ਦੇ ਵਿੱਚ ਐਮਰਜੈਂਸੀ ਡਿਕਲੇਅਰ ਆ, ਫਲੱਡਿੰਗ ਹੋਈ ਆ, ਬਹੁਤ ਜ਼ਿਆਦਾ ਮੀਂਹ ਜਿਹੜਾ ਮਹੀਨਿਆਂ 'ਚ ਸਾਲ 'ਚ ਪੈਣਾ ਸੀ ਉਹ ਘੰਟਿਆਂ 'ਚ ਪੈ ਰਿਹਾ ਆ। ਇਹ ਵੀ ਇਸ ਦਾ ਇੱਕ ਸਾਈਡ ਇਫੈਕਟ ਕਹਿ ਲਓ ਜਾਂ ਇਫੈਕਟ ਆ। ਉਹਦੇ ਲਈ ਹੁਣ ਅਡੈਪਟੇਸ਼ਨ, ਪ੍ਰੀਪੇਅਰ ਹੋਣਾ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕਿੱਦਾਂ ਦੇਖ ਰਹੇ ਹਾਂ? ਮੁੱਖ ਕਾਰਨ ਕੀ ਆ ਇੰਨੇ ਜ਼ਿਆਦਾ ਮੀਂਹ ਦੇ ਅਚਨਚੇਤੇ ਪੈਣ ਦੇ? ਦੇਖੋ, ਕਾਰਨ ਮੈਂ 1 ਮਿੰਟ 'ਚ ਐਕਸਪਲੇਨ ਕਰਦਾ, ਪਰ ਥੋੜ੍ਹਾ ਜਿਹਾ ਮੈਂ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸ ਦੇਵਾਂ ਵੀ ਹੋਇਆ ਕੀ ਆ। ਜੀ। ਸੈਨ ਡਿਏਗੋ ਏਰੀਆ ਦੇ ਵਿੱਚ ਐਵਰੇਜ 10 ਇੰਚ ਮੀਂਹ ਪੈਂਦਾ ਸਾਲ ਦੇ ਵਿੱਚ। ਸੋ 10 ਇੰਚ ਜੇ ਸਾਲ ਦਾ ਮੀਂਹ ਪੈਣਾ ਆ, ਤੇ ਉਹ ਵੀ 6 ਮਹੀਨਿਆਂ 'ਚ ਪੈਣਾ, ਜਿਹੜਾ ਵਿੰਟਰ ਰੇਨੀ ਸੀਜ਼ਨ ਹੈ। ਗਰਮੀਆਂ 'ਚ ਤਾਂ ਕਿਉਂਕਿ ਬਹੁਤ ਘੱਟ ਮੀਂਹ ਪੈਂਦਾ ਉੱਥੇ। ਸੋ 3 ਇੰਚ ਮੀਂਹ 1 ਦਿਨ 'ਚ ਪੈ ਗਿਆ। ਸੋ ਹੁਣ ਜਿਹੜਾ ਮੀਂਹ ਹੌਲੀ ਹੌਲੀ ਸਪਰੈਡ ਕਰਕੇ, ਜਿੱਦਾਂ ਇੱਥੇ ਕੱਲ ਫਰੈਜ਼ਨੋ ਮੀਂਹ ਪੈਂਦਾ ਰਿਹਾ, ਪਰ ਹੌਲੀ ਪਿਆ, ਲਗਾਤਾਰ ਪੈਂਦਾ ਰਿਹਾ, ਬਟ ਬਹੁਤ ਸਲੋ ਸਪੀਡ ਤੇ ਪਿਆ, ਜ਼ਿਆਦਾ ਤੇਜ਼ ਨਹੀਂ ਪਿਆ। ਜ਼ਿਆਦਾ ਤੇਜ਼ ਜਦੋਂ ਮੀਂਹ ਪੈਂਦਾ ਉਦੋਂ ਰਨ ਆਫ ਹੋ ਜਾਂਦਾ, ਜਦੋਂ ਹੌਲੀ ਹੌਲੀ ਪੈਂਦਾ ਉਦੋਂ ਮਿੱਟੀ ਨੂੰ ਉਹਨੂੰ ਸੋਖਣ ਦਾ, ਉਹਨੂੰ ਜਜ਼ਬ ਕਰਨ ਦਾ ਟਾਈਮ ਮਿਲ ਜਾਂਦਾ। ਜੀ। ਸੋ ਇਹ ਸੈਨ ਡਿਏਗੋ ਦੀ ਨਹੀਂ ਗੱਲ, ਇਹ ਪਿਛਲੇ ਸਾਲ ਵੀ ਬੜੀਆਂ ਥਾਵਾਂ ਤੇ ਹੋਇਆ, ਇੰਡੀਆ 'ਚ ਵੀ ਹੋਇਆ, US 'ਚ ਵੀ ਹੋਇਆ, ਬਾਕੀ ਦੇਸ਼ਾਂ 'ਚ ਵੀ ਹੋਇਆ। ਜਦੋਂ ਹਵਾ ਗਰਮ ਹੁੰਦੀ ਆ ਨਾ ਜੀ, ਜਦੋਂ ਹਵਾ ਦਾ ਟੈਂਪਰੇਚਰ ਵੱਧਦਾ, ਉਹਦੀ ਵਾਟਰ ਨੂੰ ਹੋਲਡ ਕਰਨ ਦੀ ਜਾਂ ਵਾਟਰ ਵੇਪਰ ਨੂੰ ਆਪਣੇ ਆਪ ਵਿੱਚ ਸਮਾਉਣ ਦੀ ਜਿਹੜੀ ਕੈਪੈਸਿਟੀ ਆ ਉਹ ਵੱਧ ਜਾਂਦੀ ਆ। ਸੋ ਬੇਸਿਕ ਫਿਜ਼ਿਕਸ ਦਾ ਕਨਸੈਪਟ ਆ, ਜਿਹੜੇ ਵੀ ਆਪਣਾ ਥੋੜੇ ਜਿਹਾ ਮਕੈਨੀਕਲੀ ਇਨਕਲਾਈਨਡ ਹੈ, ਵੀ ਜਦੋਂ ਆਪਾਂ ਹਵਾ ਨੂੰ ਕੰਪਰੈਸ ਕਰਦੇ ਆ, ਠੰਡਾ ਕਰਦੇ ਆ, ਉਹ ਚੋਂ ਪਾਣੀ ਨਿਕਲ ਆਉਂਦਾ। ਤੇ ਕੰਪਰੈਸ ਜਦੋਂ ਕਰਦੇ ਆ, ਉਹ ਚੋਂ ਪਾਣੀ ਜਿਹੜਾ ਕੰਡੈਂਸ ਹੋ ਜਾਂਦਾ। ਕਿਤੇ ਵੀ ਤੁਸੀਂ ਭਾਂਡਾ ਵੱਡਾ ਕਰੋਗੇ ਜ਼ਿਆਦਾ ਹੋਊਗਾ, ਤੁਸੀਂ ਕੰਪਰੈਸਰ ਕਿਤੇ ਵੀ ਯੂਜ਼ ਕਰਦੇ ਜੇ, ਕੰਪਰੈਸਡ 에ਅਰ ਨਾਲ ਡੀਲ ਕਰਦੇ ਜਾਂ ਜਦੋਂ ਵੀ ਰੈਫਰੀਜਰੇਸ਼ਨ ਨਾਲ ਡੀਲ ਕਰਦੇ, ਜਿੱਥੇ ਵੀ ਪ੍ਰੈਸ਼ਰ ਤੇ ਵੋਲਿਊਮ ਦਾ ਜਿਹੜਾ ਇਨਵਰਸ ਰਿਲੇਸ਼ਨ ਹੈ। ਬਿਲਕੁਲ। ਸੋ ਜਦੋਂ ਟੈਂਪਰੇਚਰ ਨਾਲ ਉਹ ਹਵਾ ਐਕਸਪੈਂਡ ਹੋ ਜਾਂਦੀ ਆ, ਤਾਂ ਓਨੀ ਹਵਾ ਹੀ ਜ਼ਿਆਦਾ ਪਾਣੀ ਆਪਣੇ 'ਚ ਸੋਖ ਸਕਦੀ ਹੈ। ਸੋ ਜੇ ਹਵਾ ਦਾ ਟੈਂਪਰੇਚਰ ਵੱਧ ਰਿਹਾ ਹੈ, ਤੇ ਜਿੰਨਾ ਉਹ 'ਚ ਮੋਇਸਚਰ ਹੈ, ਉਹਦਾ ਐਕਚੁਅਲ ਐਬਸੋਲੂਟ ਕੰਟੈਂਟ ਜਿਹੜਾ ਉਹ ਵੱਧ ਜਾਂਦਾ ਹੈ। ਜਦੋਂ ਹਵਾ ਉੱਪਰ ਜਾਣੀ ਆ, ਅਲਟੀਟਿਊਡ ਨਾਲ ਵਧਣੀ ਆ, ਉੱਪਰ ਉੱਠਣੀ ਆ, ਤੇ ਉੱਥੇ ਜਾ ਕੇ ਉਹਨੇ ਜਦੋਂ ਕੰਡੈਂਸ ਹੋਣਾ, ਤੇ ਉਹ 'ਚ ਕਿਉਂਕਿ ਵੋਲਿਊਮ ਜ਼ਿਆਦਾ ਸੀਗੀ, ਤੇ ਉੱਥੇ ਪਾਣੀ ਵੀ ਜ਼ਿਆਦਾ, ਉਹ 'ਚੋਂ ਉਹਦੀ ਆਊਟਪੁੱਟ ਜਿਹੜੀ, ਉਹਦੀ ਯੀਲਡ ਜਿਹੜੀ ਆ ਉਹ ਵੱਧ ਜਾਣੀ ਆ। ਉਨੀ ਹਵਾ ਨੇ ਜਾਂ ਉਸੇ ਇੱਕ ਕਰੰਟ ਨੇ ਜ਼ਿਆਦਾ ਪਾਣੀ ਲੈ ਕੇ ਆਉਣਾ ਆ। ਐਟਮੋਸਫੈਰਿਕ ਰਿਵਰ ਦਾ ਵੀ ਇਹੋ ਹੀ ਕਨਸੈਪਟ ਆ, ਵੀ ਹਵਾ ਜਦੋਂ ਗਰਮ ਆ, ਤੇ ਪਰ ਇੱਕੋ ਸਸਟੇਨਡ ਡਾਇਰੈਕਸ਼ਨ 'ਚ ਆ ਰਹੀ ਆ, ਲਗਾਤਾਰ ਆਈ ਜਾ ਰਹੀ ਆ, ਤੇ ਠੰਡੀ ਹੋ ਰਹੀ ਆ। ਸੋ ਇੱਕ ਤਰ੍ਹਾਂ ਨਾਲ ਫਾਇਰ ਹੋਜ਼ ਖੋਲ੍ਹਣ ਵਾਲੀ ਗੱਲ ਆ, ਤੇ ਵੀ ਉਹ 2-3 ਦਿਨ ਜਦੋਂ ਚੱਲਦੀ ਰਹਿੰਦੀ ਆ। ਤੇ ਤਾਂ ਪਿਛਲੇ ਸਾਲ ਜਿਹੜੀ ਇੱਥੇ ਸੈਂਟਰਲ ਵੈਲੀ 'ਚ ਫਲੱਡਿੰਗ ਹੋਈ ਸੀ, ਇਸੇ ਕਰਕੇ ਉਹੀ ਇਸ ਸਾਲ ਅਜੇ ਤੱਕ ਅਸੀਂ ਬਚੇ ਹਾਂ, ਵੀ ਜਿਹੜੇ ਸਟੋਰਮ ਆਏ ਆ, ਜਿਹੜੇ ਹੁਣ 2-3 ਲੰਘ ਕੇ ਵੀ ਗਏ, ਉਹ ਟੁੱਟਵੇਂ ਆ, ਥੋੜਾ ਪਿਆ, ਲਗਾਤਾਰ ਨਹੀਂ ਪਿਆ। ਪਰ ਜੋ ਸੈਨ ਡਿਏਗੋ 'ਚ ਹੋਇਆ, ਵੀ ਲਗਾਤਾਰ ਪੈ ਗਿਆ 3 ਇੰਚ ਪਾਣੀ ਮੀਂਹ 1 ਦਿਨ ਦੇ ਵਿੱਚ। ਕਿਸੇ ਵੀ ਦੇਸ਼ ਦਾ ਸਿਸਟਮ ਜਿਹੜਾ ਆ ਕੇ ਨਹੀਂ, ਉਹ ਐਡੀ ਤਗੜੀ ਐਨੈਮਲੀ ਨੂੰ ਹੈਂਡਲ ਕਰਨ ਦੇ ਪੋਸੀਬਲ ਨਹੀਂਗਾ। ਜੀ। ਸੋ ਇਹ ਚੀਜ਼ ਨਾਰਮਲ ਹੋ ਰਹੀ ਹੈ। ਇਹ ਜਦੋਂ ਮੀਂਹ ਪੈਂਦੇ ਜਾਂ ਔੜਾਂ ਆਉਂਦੀਆਂ ਆ, ਉਹ ਐਕਸਟ੍ਰੀਮ ਹੋ ਰਹੀ, ਜੋ ਵੀ ਹੋਣਾ ਆ ਐਕਸਟ੍ਰੀਮ ਹੋਣਾ ਆ। ਇਹ ਰੀਜ਼ਨ ਕੀ ਹੈ ਪਿੱਛੇ? ਕਲਾਈਮੇਟ ਚੇਂਜ। ਇਹਦਾ ਰੀਜ਼ਨ ਇਹੋ ਹੀ ਆ ਵੀ ਐਨੈਮਲੀਜ਼ ਜਿਹੜੀਆਂ, ਜਦੋਂ ਆਸੀਲੇਸ਼ਨ, ਨਾਰਮਲ ਵੈਦਰ ਪੈਟਰਨ ਜਿਹੜੇ ਆ, ਉਹ ਸਮੁੰਦਰ ਦੇ ਪਾਣੀ ਦੇ ਟੈਂਪਰੇਚਰ ਨਾਲ ਤੇ ਹਵਾ ਦੇ ਟੈਂਪਰੇਚਰ ਨਾਲ ਰੈਗੂਲੇਟ ਹੁੰਦੇ ਆ। ਜਦੋਂ ਉਹ ਹੀ ਹੁਣ 1-1.5-2 ਡਿਗਰੀ ਵੱਧ ਚੱਲ ਰਹੇ ਆ, ਤੇ ਉਹਦੇ ਨਾਲ ਸਾਰੀਆਂ ਜਿਹੜੀਆਂ ਡਾਇਨਾਮਿਕਸ ਆ ਉਹ ਬਦਲ ਜਾਂਦੀਆਂ, ਪੈਟਰਨਸ ਬਦਲ ਜਾਂਦੇ ਆ, ਤੇ ਇੰਟੈਂਸਿਟੀ ਜਿਹੜੀ ਆ ਉਹ ਵੀ ਬਦਲ ਜਾਂਦੀ, ਵੱਧ ਜਾਂਦੀ ਆ, ਫ੍ਰੀਕੁਐਂਸੀ ਵੀ ਬਦਲ ਜਾਂਦੀ ਆ। ਜੀ। ਸੋ ਇਹ ਜਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਸੀਗੇ ਕਿ ਨਹੀਂ, ਜਿੱਦਾਂ ਪਿਛਲੇ ਸਾਲ ਅਗਸਤ ਦੇ ਵਿੱਚ ਹਰੀਕੇਨ ਦੇ ਰੈਮਨੈਂਟ ਨਾਲ ਟ੍ਰੋਪੀਕਲ ਡਿਪਰੈਸ਼ਨ ਦੇ ਨਾਲ ਮੀਂਹ ਪਿਆ, ਜਾਂ ਹੁਣ ਐਰਕੀ ਜਿਹੜੇ ਹੁਣ ਸਿਆਲ ਦੇ ਵਿੱਚ ਵੀ ਜਿਹੜੇ ਪੈ ਰਹੇ ਆ, ਜੇ ਡਰੌਟ ਆ ਉਹ ਵੀ ਐਕਸਟ੍ਰੀਮ ਹੋਊਗਾ, ਜੇ ਮੀਂਹ ਪਊਗਾ ਉਹ ਵੀ ਐਕਸਟ੍ਰੀਮ ਹੋਊਗਾ, ਤੇ ਇਹਨਾਂ ਦੀ ਜਿਹੜੀ ਫ੍ਰੀਕੁਐਂਸੀ ਆ ਉਹ ਵੀ ਵੱਧ ਹੋਊਗੀ। ਜਿਹੜਾ ਪਿਛਲੇ ਸਾਲ ਅਗਸਤ ਮੀਂਹ ਪਿਆ, ਉਹ 90 ਸਾਲਾਂ ਬਾਅਦ ਪਿਆ। ਅਗਲੀ ਵਾਰੀ ਜਦੋਂ ਪੈਣਾ, ਉਹ 90 ਸਾਲ ਨਹੀਂ ਵੇਟ ਹੋਣੀ, ਉਹ ਮੇਬੀ ਉਹ 10 ਸਾਲਾਂ 'ਚ ਪੈ ਜੇ, ਮੇਬੀ 5 ਸਾਲਾਂ 'ਚ ਪੈ ਜੇ। ਸੋ ਇਦਾਂ ਹੀ ਜਿਹੜਾ ਡਰੌਟ ਆ, ਅਗਲਾ ਡਰੌਟ ਆ, ਉਹ ਮੇਬੀ 6-7 ਸਾਲ ਦਾ ਨਾ ਹੋਵੇ, ਮੇਬੀ 10 ਸਾਲਾਂ ਦਾ ਹੋਵੇ, ਹੋਰ ਐਕਸਟੈਂਡ, ਤੇ ਮੇਬੀ 5 ਸਾਲ ਲਗਾਤਾਰ ਮੀਂਹ ਪੈਂਦਾ ਰਹੇ, ਤੇ ਲੋਕਾਂ ਨੂੰ ਡਰੌਟ ਹੀ ਭੁੱਲਿਆ ਹੋਵੇ ਵੀ ਇੰਨਾ ਮੀਂਹ ਤੇ ਹੁਣ ਪੈਣ ਦੀ ਚੀਜ਼ ਵੀ ਸੀਗੀ ਕੋਈ। ਬਿਲਕੁਲ। ਸੋ
ਹੁਣ ਰਨ ਆਫ ਅਰਬਨ ਏਰੀਆਜ਼ ਦੇ ਵਿੱਚ ਜਿੱਦਾਂ ਸ਼ਹਿਰ ਜਿਉਂ-ਜਿਉਂ ਉਸਰ ਰਿਹਾ, ਜਿਉਂ-ਜਿਉਂ ਆਬਾਦੀ ਵੱਧਦੀ ਆ, ਨਵੇਂ ਘਰਾਂ ਦੀ ਉਸਾਰੀ, ਸ਼ਹਿਰਾਂ ਦਾ ਜਿਹੜਾ ਉਹ ਵਿਕਸਿਤ ਹੋਣਾ, ਉਹ ਢਾਂਚਾ ਜਿਹੜਾ ਉਹ ਬਣਨਾ, ਕੱਚੀ ਥਾਂ ਕਿਤੇ ਰਹਿ ਨਹੀਂ ਗਈ, ਬਹੁਤੀ ਸੀਮੈਂਟਡ ਆਪਾਂ ਪੱਕੀ ਪੱਧਰੀ ਕਰ ਲਈ, ਉਹ ਸਾਰਾ ਕੁਛ ਕਰ ਲਿਆ। ਇਹ ਵੀ ਇੱਕ ਕਾਰਨ ਹੁੰਦੇ ਆ ਜਦੋਂ ਰਨ ਆਫ ਵਾਟਰ ਜਾਂ ਅਰਬਨ ਫਲੱਡਿੰਗ ਦੇ ਵਿੱਚ ਮੁੱਖ ਕਾਰਨ ਦੇਖਦੇ ਆ। ਦੇਖੋ, ਜੇ ਆਪਾਂ ਅਰਬਨ ਪਲੈਨਿੰਗ ਦੀ ਗੱਲ ਕਰੀਏ ਵੀ ਜੋ ਅੱਜ ਦੇ ਸ਼ਹਿਰ ਬਣੇ ਆ ਜਾਂ ਪਿਛਲੇ 10 ਸਾਲਾਂ 'ਚ ਬਣੇ ਆ, ਉਹ ਉਸ ਟਾਈਮ ਦੀ ਪਲੈਨਿੰਗ ਦੇ ਹਿਸਾਬ ਨਾਲ ਬਣੇ ਸੀ ਜਦੋਂ ਉਹਨਾਂ ਦੀ ਕਨਸੈਪਚੁਅਲਾਈਜ਼ ਕੀਤਾ, ਉਦੋਂ ਜੋ ਵੈਦਰ ਡਾਟਾ ਉਹਨਾਂ ਕੋਲ ਜਦੋਂ ਸੀਗਾ, ਐਵਰੇਜ ਸੀਗੀ ਸੀਗਾ। ਉਹ ਅੱਜ ਤੋਂ 10 ਸਾਲ ਪਹਿਲਾਂ ਦੀ ਹੋ ਸਕਦੀ ਹੈ, 20, 30, 40, 50 ਸਾਲ ਦੀ ਹੋ ਸਕਦੀ ਆ। ਅੱਜ ਦੀ ਡੇਟ 'ਚ ਜੇ ਤੁਸੀਂ ਦੇਖੀਏ ਤਾਂ 30 ਸਾਲਾਂ ਵਾਲੀ ਐਵਰੇਜ ਨਾਲੋਂ ਜਾਂ 30 ਸਾਲ ਪਹਿਲਾਂ ਦੇ ਕਿਸੇ ਸਾਲ ਨਾਲੋਂ ਅੱਜ ਦੇ ਸਾਲ ਦਾ ਫਰਕ ਆ। ਸੋ ਇੱਕ ਤਾਂ ਪਾਪੂਲੇਸ਼ਨ ਵੱਧ ਰਹੀ ਆ, ਦੂਜਾ ਐਕਸਟ੍ਰੀਮ ਇਵੈਂਟਸ ਜਿਹੜੇ ਆ ਉਹਨਾਂ ਦੀ ਇੰਟੈਂਸਿਟੀ ਤੇ ਫ੍ਰੀਕੁਐਂਸੀ ਵੀ ਵੱਧ ਰਹੀ ਆ ਜੀ। ਤੀਜਾ, ਲੈਂਡ ਦੇ ਉੱਤੇ ਪ੍ਰੈਸ਼ਰ ਤੇ ਲੋਡ ਵੀ ਜ਼ਿਆਦਾ ਆ। ਅੱਗੇ ਜਦੋਂ ਸ਼ਹਿਰ ਛੋਟੇ ਸੀਗੇ ਤੇ ਜ਼ਿਆਦਾ ਕੱਚਾ ਥਾਂ ਹੁੰਦਾ ਸੀ, ਸ਼ਹਿਰਾਂ ਦੇ ਬਾਹਰ ਵੀ ਹੁੰਦਾ ਸੀ, ਸ਼ਹਿਰਾਂ ਦੇ ਵਿੱਚ ਵੀ ਹੁੰਦਾ ਸੀ। ਹੁਣ ਪਾਪੂਲੇਸ਼ਨ ਪ੍ਰੈਸ਼ਰ ਕਰਕੇ ਆਪਾਂ ਸਾਰੇ ਪਾਸੇ ਪੱਕਾ ਕਰੀ ਜਾਂਦੇ। ਸੈਨ ਡਿਏਗੋ ਚਲੋ ਟੈਰੇਨ ਦਾ ਵੀ ਇਫੈਕਟ ਹੈਗਾ ਨਾ, ਕਿਉਂਕਿ ਮਾਊਂਟੇਨਸ ਆ, ਥੋੜਾ ਹਿੱਲੀ ਆ, ਵੀ ਪਾਣੀ ਨੇ ਤਾਂ ਨਿਵਾਣ ਵੱਲ ਨੂੰ ਜਾਣਾ, ਥੋੜਾ ਤੇਜ਼ ਜਾਣਾ। ਇੱਥੇ ਹੁਣ ਸੈਂਟਰਲ ਵੈਲੀ 'ਚ ਵੀ ਕਿਉਂਕਿ ਕੱਚੀ ਥਾਂ ਹੈ ਨਹੀਂ, ਸਾਰਾ ਕੁਛ ਪੱਕਾ ਹੋਇਆ ਪਿਆ, ਉਹ ਪਾਣੀ ਨੇ ਤਾਂ ਪੱਕੇ ਥਾਂ ਨਹੀਂ, ਕੰਕਰੀਟ ਥਾਂ ਨਹੀਂ, ਲੁੱਕ ਥਾਂ ਨਹੀਂ ਤਾਂ ਬਹੁਤ ਘੱਟ ਜੀਰਨਾ ਜਾਂ ਬਿਲਕੁਲ ਨਹੀਂ ਜੀਰਨਾ। ਸੋ ਜੇ ਅਸੀਂ ਉੱਦਾਂ ਦੀ ਕੋਈ ਜਗ੍ਹਾ ਛੱਡੀ ਨਹੀਂ ਤੇ ਪਾਣੀ ਨੇ ਤਾਂ ਰਨ ਆਫ ਹੀ ਹੋਣਾ ਨਾ। ਸੋ ਇਹਦੇ ਵਿੱਚ ਇਸ ਚੀਜ਼ ਨੂੰ ਆਪਾਂ ਜੇ ਅਡੈਪਟੇਸ਼ਨ ਦੀ ਗੱਲ ਕਰੀਏ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਐਕਸਟ੍ਰੀਮ ਇਵੈਂਟਸ ਨਾਲ ਅਡੈਪਟ ਕਿੱਦਾਂ ਕਰ ਸਕਦੇ, ਤੇ ਇਹ ਚੀਜ਼ਾਂ ਇੱਥੇ ਨਹੀਂ, ਇੰਡੀਆ 'ਚ ਵੀ ਐਪਲੀਕੇਬਲ ਨੇ, ਸਾਰੇ ਪਾਸੇ ਨੇ, ਕਿਤੇ ਵੀ ਇਹ 'ਚ ਸਰਕਾਰ ਦਾ ਵੀ ਰੋਲ ਆ, ਕਿਸਾਨਾਂ ਦਾ ਵੀ ਰੋਲ ਆ ਤੇ ਅਰਬਨ ਪਾਪੂਲੇਸ਼ਨ ਦਾ ਵੀ ਰੋਲ ਆ। ਸਾਰੇ ਆਪੋ ਆਪਣਾ ਰੋਲ, ਆਪਣਾ ਪਾਰਟ ਪਲੇ ਕਰ ਕੀਤਾ ਜਾ ਸਕਦਾ। ਕੀ ਕਰੇ ਸਰਕਾਰ, ਕੀ ਕਰਨ ਆਮ ਲੋਕ? ਸਰਕਾਰ ਪਹਿਲਾਂ ਤਾਂ ਪਾਲਿਸੀ ਇਸ ਹਿਸਾਬ ਦੀ ਬਣਾਵੇ ਕਿ ਜਿਹੜਾ ਲੈਂਡ ਯੂਜ਼ ਆ ਉਹਨੂੰ ਅਪਰੋਪਰੀਏਟ ਇਸ ਹਿਸਾਬ ਨਾਲ ਕੀਤਾ ਜਾਵੇ ਵੀ ਵਾਟਰ ਸ਼ੈੱਡ ਜਾਂ ਵਾਟਰ ਰੀਚਾਰਜ ਵਾਸਤੇ ਜਿਹੜੀ ਜਗ੍ਹਾ ਆ ਉਹ ਛੱਡੀ ਹੋਵੇ, ਫਲੱਡ ਵਾਟਰ ਨੂੰ ਹੈਂਡਲ ਕਰਨ ਵਾਸਤੇ, ਵੀ ਫਲੱਡ ਵਾਟਰ ਦਰਿਆ ਤੱਕ ਨਾ ਜਾਵੇ। ਜਿੱਦਾਂ ਆਪਣੇ ਹੁਣ ਫਰੈਜ਼ਨੋ 'ਚ ਵੀ ਬਹੁਤ ਸਾਰੇ ਇਦਾਂ ਦੇ ਡਰੇਨੇਜ ਛੱਪੜ ਜਿਹੇ ਆਪਾਂ ਕਹਿ ਲੈਂਦੇ ਵੀ ਬਥੇਰੇ ਰੀਚਾਰਜ ਪੌਂਡਸ ਜਿਹੜੇ ਬਣੇ ਆ, ਉਹ ਬਣਾਉਣੇ ਬਹੁਤ ਵਧੀਆ ਚੀਜ਼ ਆ, ਉਹਦੇ ਨਾਲ ਗਰਾਊਂਡ ਵਾਟਰ ਰੀਚਾਰਜ ਹੁੰਦਾ। ਪਰ ਕੀ ਉਹ ਇਹੋ ਜਿਹੀਆਂ ਅਨੈਮਲੀਜ਼ ਵਾਸਤੇ ਰੈਡੀ ਨੇ? ਜਦੋਂ ਉਹ ਭਰ ਗਏ ਫਿਰ ਪਾਣੀ ਨੇ ਕਿੱਥੇ ਨੂੰ ਜਾਣਾ? ਸੋ ਉਹਦੇ ਵਿੱਚ ਥੋੜੇ ਜਿਹਾ ਰੈਟਰੋਫਿਟਿੰਗ ਜਾਂ ਅਪਡੇਟ ਕਰਨ ਦੀ ਲੋੜ ਆ। ਉਹ ਸਰਕਾਰ ਸਟੱਡੀ ਕਰਕੇ, ਜਿਹੜੀਆਂ ਏਜੰਸੀਜ਼ ਆ ਉਹ ਸ਼ੈਲੋ ਡਰਿਲਿੰਗ ਕਰਕੇ ਉਹ 'ਚ ਮਲਟੀਪਲ ਜਾਂ ਈਵਨ 1 ਜਾਂ 2 ਸ਼ੈਲੋ ਬੋਰ ਆ ਜਿਹੜੇ ਉਹ ਕਰ ਸਕਦੇ ਕਿ ਜਦੋਂ ਜਿਹੜਾ ਜ਼ਿਆਦਾ ਪਾਣੀ ਹੈ ਉੱਦਾਂ ਸਰਫੇਸ ਤੋਂ ਜਾਂ ਰਨ ਆਫ ਹੋਣਾ ਜਾਂ ਵੇਪੋਰਾਈਜ਼ ਹੋਣਾ ਆ, ਪਰ ਉਹਨੂੰ ਜ਼ਮੀਨ ਦੇ ਵਿੱਚ ਜੇ ਚਲਾ ਜਾਂਦਾ ਆ ਤੇ ਫਿਰ ਉੱਥੇ ਇੱਕ ਤਰ੍ਹਾਂ ਦਾ ਚੈਕਿੰਗ ਅਕਾਊਂਟ ਚਲਾ ਗਿਆ ਵੀ ਮੁੜ ਕੇ 2 ਸਾਲਾਂ ਬਾਅਦ 4 ਸਾਲਾਂ ਬਾਅਦ ਜਦੋਂ ਕਿਤੇ ਲੋੜ ਪਈ ਤਾਂ ਕੱਢਿਆ ਵੀ ਜਾ ਸਕਦਾ ਪੰਪ ਕਰਕੇ। ਸੋ ਜੇ ਉਹ ਰੀਚਾਰਜ ਫਾਸਟ ਹੋ ਜੇ ਸ਼ੈਲੋ ਡਰਿਲਿੰਗ ਦੇ ਨਾਲ, ਇੱਕ ਵਾਰੀ ਜ਼ਮੀਨ 'ਚ ਚਲਾ ਗਿਆ ਫਿਰ ਉਹਨੇ ਆਪੇ ਹਾਈਡਰੋਲੋਜੀ ਦੇ ਹਿਸਾਬ ਨਾਲ, ਜਿਓਲੋਜੀ ਦੇ ਹਿਸਾਬ ਨਾਲ ਮੌਕੇ ਤੇ ਉਹਦੇ ਫਰਕ ਜ਼ਰੂਰ ਹੋਊਗਾ ਵੀ ਹਰ ਥਾਂ ਤੇ ਚੀਜ਼ ਪੋਸੀਬਲ ਨਹੀਂ ਹੋਊਗੀ, ਪਰ ਜਿੱਥੇ ਪੋਸੀਬਲ ਹੈ ਉੱਥੇ ਵਰਤ ਲੈਣੀ ਚਾਹੀਦੀ ਹੈ। ਬਿਲਕੁਲ, ਇਹਨਾਂ ਦੇ ਕੋਲ ਸਾਇੰਸਦਾਨ ਨੇ, ਹਰ ਤਰ੍ਹਾਂ ਦੇ ਐਕਸਪਰਟ ਬੰਦੇ ਹੈਗੇ, ਇਹਨਾਂ ਕੋਲ ਬੰਦੇ ਹੈਗੇ। ਪਾਲਿਸੀ ਤੇ ਆ ਵੀ ਉਹ ਸੋਚਣ ਵੀ ਆਪਾਂ ਇਹ ਕੰਮ ਕਰਨਾ, ਤੇ ਕਈ ਵਾਰੀ ਹੁੰਦਾ ਵੀ ਆ ਕੋਈ ਪ੍ਰੋਜੈਕਟਸ ਇਦਾਂ ਦੇ ਹੈਗੇ ਆ ਜਿੱਥੇ ਸ਼ੈਲੋ ਬੋਰਡਸ ਜਾਂ ਇਦਾਂ ਦੀਆਂ ਚੀਜ਼ਾਂ ਆਪਾਂ ਨੂੰ ਕਿਤੇ ਪਤਾ ਹੋਵੇ ਆਪਣੇ ਇਰਦ ਗਿਰਦ ਦੀਆਂ ਕੈਲੀਫੋਰਨੀਆ 'ਚ, ਜਿੱਥੇ ਇਹਨਾਂ ਨੇ ਅਪਣਾਏ ਇਹ ਚੀਜ਼ਾਂ? ਐਜ਼ ਸੱਚ ਮੈਨੂੰ ਹੁਣ ਰਾਈਟ ਆਫ ਟਾਪ ਆਫ ਮਾਈ ਹੈਡ ਯਾਦ ਤਾਂ ਹੈ ਨਹੀਂ, ਪਰ ਇਹ ਟੈਕਨੀਕ ਵਰਤੀ ਜਾਂਦੀ ਹੈ ਕਿਤੇ ਨਾ ਕਿਤੇ। ਮੈਂ ਪੜ੍ਹਿਆ ਹੋਇਆ ਇਹਦੇ ਬਾਰੇ ਕਿ ਸ਼ੈਲੋ ਬੋਰਵੈਲਸ ਦੇ ਨਾਲ ਜਿਹੜਾ ਤੁਸੀਂ ਪਾਣੀ ਆ ਉਹ ਥੱਲੇ ਜ਼ਮੀਨ ਦੇ ਵਿੱਚ ਛੇਤੀ ਭੇਜ ਦਿੰਦੇ ਜੇ, ਤੇ ਬਹੁਤਾ ਡੂੰਘਾ ਨਹੀਂ ਕਰਨਾ ਹੁੰਦਾ ਕਿਉਂਕਿ ਜਿਹੜੇ ਐਕੁਇਫਰ 'ਚੋਂ ਪਾਣੀ, ਖਾਸ ਕਰਕੇ ਜਿੱਥੇ ਤੁਸੀਂ ਪੀਣ ਵਾਲਾ ਪਾਣੀ ਵੀ ਕੱਢਣਾ ਆ, ਉਹਦੇ ਤੱਕ ਨਹੀਂਗਾ ਉਹਨੂੰ ਪਾਣੀ ਨੂੰ ਪਹੁੰਚਾਉਣਾ, ਇਹਨੂੰ ਸ਼ੈਲੋ 'ਚ ਹੀ ਰੱਖਣਾ ਵੀ ਰੇਤ 'ਚ ਚਲਾ ਜਾਵੇ, ਬਾਕੀ ਫਿਰ ਥੱਲੇ ਜਿਹੜੀ ਰੇਤ ਆ ਉਹਨੂੰ ਫਿਲਟਰ ਕਰਦੀ ਰਹਿੰਦੀ ਆਪੇ। ਇਹ ਵੀ ਆਈ ਥਿੰਕ ਇੱਕ ਚੀਜ਼ ਦੇਖੀ ਗਈ ਸੀ, ਆਈ ਥਿੰਕ ਪੰਜਾਬ ਦੇ ਵਿੱਚ ਪਹਿਲਾਂ ਚੱਲਿਆ ਤੇ ਕਈਆਂ ਨੇ ਸਿੱਧਾ ਐਕੁਇਫਰ ਤੱਕ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੱਤੇ, ਇਨਫੈਕਟ ਗੰਦਲਾ ਪਾਣੀ ਜ਼ਿਆਦਾ ਚਲਾ ਗਿਆ। ਜਿਹੜਾ ਉੱਥੇ ਮਿੱਲਾਂ ਦੇ ਲਾਗੇ ਜਾਂ ਫੈਕਟਰੀਆਂ ਦੇ ਲਾਗੇ ਜ਼ਮੀਨ ਹੇਠਲਾ ਪਾਣੀ ਜਿਹੜਾ ਖਰਾਬ ਹੁੰਦਾ ਆ, ਉਹ ਖਰਾਬ ਹੋਣ ਦਾ ਰੀਜ਼ਨ ਹੀ ਇਹੋ ਹੀ ਆ ਵੀ ਜਿਹੜਾ ਗੰਦਾ ਪਾਣੀ ਜਦੋਂ ਜ਼ਮੀਨ ਦੇ ਵਿੱਚ ਐਕੁਇਫਰ ਤੱਕ ਚਲਾ ਜਾਂਦਾ ਆ, ਉਦੋਂ ਫਿਰ ਡਰਿੰਕਿੰਗ ਵਾਟਰ ਦੀ ਜਿਹੜੀ ਕੁਆਲਿਟੀ, ਗਰਾਊਂਡ ਵਾਟਰ ਦੀ ਜਿਹੜੀ ਕੁਆਲਿਟੀ ਆ ਉਹ ਡਿਟੀਰੀਓਰੇਟ ਹੋ ਜਾਂਦੀ। ਇਸ ਲਈ ਮੈਂ ਕਹਿਣਾ ਵੀ ਇਹ ਹਰ ਥਾਂ ਤੇ ਅਪਰੋਚ ਪੋਸੀਬਲ ਨਹੀਂ, ਪਰ ਜਿੱਥੇ ਹੈਗੀ ਆ ਉੱਥੇ ਕੀਤੀ ਜਾਣੀ ਚਾਹੀਦੀ ਹੈ। ਟੋਏ ਮਾਰ ਲੈਣੇ ਉਹ ਸੌਖਾ ਕੰਮ ਆ। ਦੇਖੋ ਪੰਜਾਬ 'ਚ ਤਾਂ ਛੱਪੜ ਤਾਂ ਕਿਸੇ ਨੇ ਕੋਈ ਛੱਡਿਆ ਨਹੀਂ, ਸਭ ਪੂਰ ਕੇ ਘਰ ਬਣਾਤੇ। ਬਿਲਕੁਲ। ਸੋ ਉਸ ਚੀਜ਼ ਨੂੰ ਜਾਂ ਉਸ ਚੀਜ਼ ਨਾਲ ਡੀਲ ਕਰ ਲਓ ਤੇ ਜਾਂ ਗੰਦੇ ਪਾਣੀ ਨਾਲ, ਮੁਸ਼ਕੇ ਪਾਣੀ ਨਾਲ ਡੀਲ ਕਰ ਲਓ।
ਸੋ ਇੱਥੇ ਵੀ ਇਹ ਜਿਹੜੇ ਰੀਚਾਰਜ ਪੌਂਡਸ ਨੇ, ਰੀਚਾਰਜ ਬੇਸਿਨਸ ਨੇ, ਇਹਨਾਂ ਦੀ ਚਲੋ ਆਪਾਂ ਹੁਣ ਲੈਂਡ ਦੇ ਉੱਤੇ ਪੋਪੂਲੇਸ਼ਨ ਪ੍ਰੈਸ਼ਰ ਜਾਂ ਪ੍ਰਾਈਸ ਪ੍ਰੈਸ਼ਰ ਇੰਨਾ ਜ਼ਿਆਦਾ ਵੀ ਆਪਾਂ ਹੋਰ ਨਵੇਂ ਨਹੀਂ ਬਣਾ ਸਕਦੇ ਜਾਂ ਉਹਨਾਂ ਨੂੰ ਵੱਡੇ ਨਹੀਂ ਕਰ ਸਕਦੇ, ਉਹਨੂੰ ਡੂੰਘੇ ਕਰ ਲਓ। ਜੇ ਡੂੰਘੇ ਨਹੀਂ ਕਰ ਸਕਦੇ ਤਾਂ ਥੋੜ੍ਹੇ ਜਿਹੇ ਉਹਨਾਂ 'ਚ ਇੱਕ ਦੋ ਬੋਰ ਕਰ ਲਓ। ਇੱਕ ਤਰ੍ਹਾਂ ਦੀ ਪਾਈਪ ਹੀ ਕੱਢਣ ਵਾਲੀ ਗੱਲ ਹੈ ਨਾ, ਵੀ ਫਿਲਟਰ ਲਾ ਕੇ, ਤਾਂ ਕਿ ਪਾਣੀ ਥੋੜ੍ਹਾ ਸੌਖਾ ਜੀਰ ਜਾਵੇ। ਉਹਨੂੰ ਰੈਗੂਲੇਟ ਇਸ ਹਿਸਾਬ ਨਾਲ ਕਰ ਲਓ ਵੀ ਜਿੰਨੀ ਦੇਰ ਪਾਣੀ ਤੁਹਾਡੇ ਕੋਲ ਸੰਜੋਣ ਜੋਗੀ ਥਾਂ ਹੈਗੀ ਆ, ਟਾਈਮ ਹੈਗਾ, ਤੇ ਉਹ ਸਰਫੇਸ ਤੇ ਰਵੇ। ਜਦੋਂ ਪ੍ਰੈਡਿਕਸ਼ਨ ਆ ਵੀ 2-3 ਦਿਨਾਂ ਵਾਸਤੇ ਜ਼ਿਆਦਾ ਮੀਂਹ ਪੈਣਾ ਆ, ਉਦੋਂ ਉਹਨੂੰ ਬੋਰ ਦੀ ਥਾਣੀ ਖਾਲੀ ਕਰ ਲਿਆ, ਜਾਂ ਬਾਅਦ 'ਚ ਉਹਨੂੰ ਜ਼ਮੀਨ ਦੇ ਵਿੱਚ ਹੀ ਭੇਜਣ ਦਾ ਜਿਹੜਾ ਚੈਨਲ ਆ ਉਹ ਖੁੱਲ੍ਹਾ ਰੱਖਿਆ, ਤਾਂ ਕਿ ਉਹ ਪਾਣੀ ਵੇਸਟ ਨਾ ਜਾਵੇ, ਐਟਲੀਸਟ ਥੱਲੇ ਜਿਹੜਾ ਹੋ ਜਾਈ ਜਾਵੇ, ਤਾਂ ਆਪਾਂ ਰੀਯੂਜ਼ ਜਿਹੜਾ ਇਹ ਤਾਂ ਹੋ ਗਿਆ ਨਾ ਮਤਲਬ ਲੋਕਲ ਲੈਵਲ ਤੇ। ਇੱਦਾਂ ਹੀ ਰੀਜਨਲ ਲੈਵਲ ਤੇ ਡਰੇਨੇਜ ਪੌਂਡਸ ਜਾਂ ਬੇਸਿਨਸ ਇਸ ਹਿਸਾਬ ਦੇ ਬਣਾਏ ਜਾਣ ਕਿ ਜਿਹੜੀਆਂ ਕ੍ਰੀਕਸ ਆ, ਸੀਜ਼ਨਲ ਜਿਹੜੇ ਚੈਨਲਸ ਆ, ਉਹਨਾਂ 'ਚ ਫਲੋ ਇੱਕਦਮ ਜਿਹੜਾ ਬਹੁਤ ਜ਼ਿਆਦਾ ਆ ਜਾਂਦਾ ਤੇ ਡਾਊਨ ਸਟਰੀਮ ਫਲੱਡਿੰਗ ਹੋ ਜਾਂਦੀ। ਉੱਥੇ ਛੋਟੇ ਛੋਟੇ ਬਰਾਜ ਬਣ ਸਕਦੇ ਆ ਚੋਆਂ ਦੇ ਵਿੱਚ ਕਿ ਪਿੱਛੇ 40-50 ਫੁੱਟ ਲੰਬਾ ਜਾਂ ਇੰਨਾ ਕੁ ਹੀ ਚੌੜਾ, 5-7 ਫੁੱਟ ਹੀ ਡੂੰਘਾ, ਉਸ ਤੋਂ ਜ਼ਿਆਦਾ ਪਾਣੀ ਇਕੱਠਾ ਕਰਨ ਦੀ ਵੀ ਨਹੀਂ ਲੋੜ। ਸਿਰਫ ਥੋੜਾ ਜਿਹਾ ਪਾਣੀ ਦਾ ਫਲੋ ਘਟ ਜੇ ਤਾਂ ਕਿ ਡਾਊਨ ਸਟਰੀਮ ਫਲੱਡਿੰਗ ਨਾ ਹੋਵੇ। ਸੋ ਛੋਟੇ ਛੋਟੇ ਹੀ ਲੈਵਲ ਤੇ ਕਰਨ ਦੀ ਲੋੜ ਹੈ। ਇੰਡੀਵਿਜੂਅਲ ਲੈਵਲ ਤੇ ਤੁਸੀਂ ਰੇਨ ਵਾਟਰ ਹਾਰਵੈਸਟਿੰਗ ਆਪਣੇ ਘਰਾਂ 'ਚ ਕਰ ਸਕਦੇ। ਜਿਹੜੇ ਡਾਊਨ ਸਪਾਊਟਸ ਆ ਉਹਦੇ ਥੱਲੇ ਕੋਈ ਡਰਮ ਰੱਖ ਲਓ, ਰੈਗੂਲੇਟਡ, ਹਰ ਤਰ੍ਹਾਂ ਦੇ ਸਿਸਟਮ ਬਣੇ ਹੋਏ ਆ। ਕੁਝ ਸਮਾਂ ਉਹਨੂੰ ਪਾਣੀ ਨੂੰ ਆਪਣੇ ਲਾਨ ਨੂੰ ਇਰੀਗੇਟ ਕਰਨ ਵਾਸਤੇ ਯੂਜ਼ ਕਰ ਸਕਦੇ ਜੇ, ਕਿਉਂਕਿ ਜਦੋਂ ਜ਼ਿਆਦਾ ਬਾਰਿਸ਼ ਪੈਂਦੀ ਆ ਤੇ ਹਰ ਸ਼ਹਿਰ ਦਾ ਜਿਹੜਾ ਡਰੇਨੇਜ ਸਿਸਟਮ ਹੈ, ਸਟਾਰਮ ਵਾਟਰ ਡਰੇਨੇਜ ਸਿਸਟਮ, ਉਹਦੀ ਇੱਕ ਕੈਪੈਸਿਟੀ ਆ। ਜਦੋਂ ਕੈਪੈਸਿਟੀ ਤੋਂ ਉੱਪਰ ਹੋ ਗਿਆ ਉਦੋਂ ਫਲੱਡਿੰਗ ਹੋਣ ਲੱਗ ਜਾਂਦੀ। ਸੋਚ ਤੁਸੀਂ ਟਾਈਮ ਕਿੱਦਾਂ ਬਾਏ ਕਰ ਸਕਦੇ ਕਿ ਉਹ ਪ੍ਰਣਾਲਿਆਂ ਦਾ ਸਾਰਾ ਪਾਣੀ ਇੱਕੋ ਵਾਰੀ ਜੇ ਸੜਕ ਤੇ ਆ ਜਾਂਦਾ ਜਾਂ ਡਰੇਨ 'ਚ ਆ ਜਾਂਦਾ, ਜਾਂ ਕੀ ਅੱਧੇ ਘੰਟੇ ਬਾਅਦ 'ਚ ਆਉਂਦਾ ਆ, ਜਾਂ ਥੋੜਾ ਟਾਈਮ ਲੈ ਕੇ ਆਉਂਦਾ। ਸੋ ਇਹਦੇ ਨਾਲ ਵੀ ਆਪਾਂ ਜਿਹੜੀ ਆ ਨਾ ਇਸ ਚੀਜ਼ ਨੂੰ ਥੋੜਾ ਜਿਹਾ ਫਲੋ ਨੂੰ ਘਟਾ ਸਕਦੇ ਆ। ਕਈ ਸ਼ਹਿਰਾਂ ਵਿੱਚ ਤਾਂ ਡਾਕਟਰ ਸਾਹਿਬ ਪ੍ਰੋਗਰਾਮ ਵੀ ਚੱਲਦੇ ਆ ਰੇਨ ਵਾਟਰ ਹਾਰਵੈਸਟਿੰਗ ਦੇ, ਉਹਦਾ ਫਾਇਦਾ ਚੱਕਣਾ ਚਾਹੀਦਾ। ਬਿਲਕੁਲ ਦੇਖਣਾ ਚਾਹੀਦਾ ਉਹਨਾਂ ਨੂੰ ਸਿਟੀ ਦੀ ਵੈਬਸਾਈਟ ਆਪਣੀ। ਦੇਖੋ, ਜੇ 10 ਇੰਚ ਦੀ ਐਵਰੇਜ ਲੈ ਕੇ ਕੋਈ ਇਹ ਕਹਿ ਸਕਦਾ ਕਿ 2000 ਸਕੁਅਰ ਫੁੱਟ ਦੇ ਘਰ ਦੇ ਉੱਤੇ ਇੰਨਾ ਪਾਣੀ ਨਹੀਂ ਗਾ ਕਿ 100 ਗੈਲਨ ਦਾ ਜਾਂ 150 ਗੈਲਨ ਦਾ ਜਿਹੜਾ ਆ ਡਰਾਮਿਆਂ ਜੇ ਭਰੇ, ਪਰ ਜੇ ਮੀਂਹ ਪੈ ਜਾਵੇ ਫੇਰ ਤੁਹਾਡੇ ਕੋਲ ਹੋਵੇ ਉਪਲਬਧ ਤਾਂ ਐਟਲੀਸਟ ਪਿਆ ਤਾਂ ਰਹੂਗਾ। ਪਿਆ ਹੀ ਉਸ ਸਾਈਡ ਤੇ ਪਿਆ, ਉਹਨੂੰ ਕਿਸੇ ਖੁੱਡੇ ਲੈਣ ਲਾ ਛੱਡੋ, ਕੰਮ ਆ ਜਾਣਾ ਤੇ ਕੰਮ ਉਹ ਕਿਸੇ ਨਾ ਕਿਸੇ ਯੂਜ਼ 'ਚ ਆ ਹੀ ਜਾਣਾ। ਉਹ ਪਾਣੀ ਜਿਹੜਾ ਜਿੰਨਾ ਤੁਸੀਂ ਉਸ ਪਾਣੀ ਨੂੰ ਤੁਸੀਂ ਲਾਨ ਨੂੰ ਇਰੀਗੇਟ ਕਰਨ ਵਾਸਤੇ ਵਰਤਣਾ, ਉਹਨਾਂ ਤੁਸੀਂ ਸਾਫ਼ ਪਾਣੀ ਲਾਨ ਨੂੰ ਇਰੀਗੇਟ ਕਰਨ ਵਾਸਤੇ ਨਹੀਂ ਵਰਤ ਰਹੇ। ਤੇ ਨਾਲੇ ਤੁਸੀਂ ਬਿਜਲੀ ਵਰਤ ਕੇ ਕੱਢੋਗੇ ਨਹੀਂ, ਥੱਲੋਂ ਆਊਗਾ ਨਹੀਂ, ਤੁਹਾਡਾ ਕਈ ਤਰੀਕੇ ਦਾ ਖਰਚਾ ਵੀ ਬਚਦਾ। ਬਿਲਕੁਲ ਬਚਦਾ। ਸਭ ਤੋਂ ਜ਼ਿਆਦਾ ਤੇ ਉਹਦੇ ਓਵਰਆਲ ਜਿੱਦਾਂ ਟੋਟੈਲਿਟੀ 'ਚ ਜੇ ਤੁਸੀਂ ਦੇਖੋ ਨਾ, ਤੇ ਇੱਕ ਇਹ ਸਸਟੇਨੇਬਲ ਅਪਰੋਚ ਆ ਕਿ ਥੋੜਾ ਵੀ ਥੋੜੇ ਲੋਕ ਵੀ ਜੇ ਕਰਨ ਲੱਗ ਜਾਣ ਤੇ ਆਪੇ ਇਸ ਚੀਜ਼ ਦਾ ਹੌਲੀ ਇਫੈਕਟ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ। ਆਪਾਂ ਉੱਥੇ ਦੇਖਦੇ ਸੀ ਨਾ ਵੀ ਕਿਤੇ ਵੀ ਪਾਣੀ ਤੁਪਕਾ ਚਾਹੁੰਦਾ, ਬਾਲਟੀ ਰੱਖ ਲੈਂਦੇ ਸੀਗੇ ਵੀ ਭਾਈ ਪਤਾ ਨਹੀਂ ਹੁੰਦਾ ਕਿਹੜੇ ਟਾਈਮ ਜਿਹੜੀ ਉਹ ਚੀਜ਼ ਦੀ ਲੋੜ ਪੈ ਜਾਂਦੀ। ਬਿਲਕੁਲ, ਅਜੇ ਤੇ ਸਾਨੂੰ ਸਾਰਿਆਂ ਨੂੰ ਪਾਣੀ ਮਿਲੀ ਜਾਂਦਾ ਤੇ ਅਸੀਂ ਇਹਨੂੰ ਇੰਨਾ ਅਹਿਮੀਅਤ ਨਹੀਂ ਦਿੰਦੇ, ਗੌਲਦੇ ਨਹੀਂ। ਇਹ ਉਹਨਾਂ ਨੂੰ ਕਿਸੇ ਨੂੰ ਪੁੱਛ ਕੇ ਵੇਖੋ ਵੀ ਜਿਹਨਾਂ ਨੂੰ ਕਈ ਮੀਲ ਪਾਣੀ ਚੁੱਕ ਕੇ ਲੈ ਕੇ ਆਉਣਾ ਪੈਂਦਾ ਘਰਾਂ ਦੇ ਵਿੱਚ ਡੇਲੀ ਯੂਜ਼ ਵਾਸਤੇ। ਆਪਾਂ ਤਾਂ ਵੇਂਦੇ ਵੀ ਨਹੀਂ ਆ, ਪਾਣੀ ਚੱਲਦਾ ਛੱਡ ਦਈਦਾ, ਟੂਟੀ ਚਲਾਈ ਦੀ ਆ ਤੇ ਪਾਣੀ ਇਕੱਲਾ ਇਹੀ ਨਹੀਂ, ਟੂਟੀ ਚਲਾਈ ਤੇ ਵੇਟ ਕਰੀਦਾ ਗਰਮ ਪਾਣੀ ਆਵੇ ਫਿਰ ਹੱਥ ਧੋਣਾ ਜਾਂ ਫਿਰ ਨਹਾਉਣਾ ਹਨਾ, ਵੀ ਆਪਾਂ ਇਹ ਵੀ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਹੀ ਆ ਆਪਣੇ ਸੁਭਾਅ ਦੇ ਵਿੱਚ ਤਬਦੀਲੀਆਂ ਲਿਆਉਣ ਦੀ ਜਿਹੜੀ ਉਹ। ਦੇਖੋ, ਇਹ ਸਾਰੇ ਕੁਦਰਤੀ ਵਸੀਲੇ ਨੇ, ਕੁਦਰਤ ਨੇ ਸਾਡੇ ਵਾਸਤੇ ਬਣਾਏ ਆ, ਸਾਰਿਆਂ ਵਾਸਤੇ ਸਾਂਝੇ ਨੇ ਤੇ ਸਾਰਿਆਂ ਦੀ ਵਰਤੋਂ ਵਾਸਤੇ ਸਾਰਿਆਂ ਦਾ ਬਰਾਬਰ ਦਾ ਹੱਕ ਆ, ਤੇ ਸਾਰਿਆਂ ਦਾ ਬਰਾਬਰ ਦਾ ਹੱਕ ਹੈ ਤੇ ਨਾਲ ਸਾਰਿਆਂ ਦੀ ਬਰਾਬਰ ਦੀ ਰਿਸਪੌਂਸਿਬਿਲਿਟੀ, ਜ਼ਿੰਮੇਵਾਰੀ ਵੀ ਉਦਾਂ ਹੀ ਵੀ ਇਹਨਾਂ ਨੂੰ ਕੰਜ਼ਰਵ ਕੀਤਾ ਜਾਵੇ। ਬਿਲਕੁਲ। ਸੋ ਸਰਕਾਰੀ ਪੱਧਰ ਦੇ ਉੱਤੇ, ਆਪਣੇ ਪੱਧਰ ਦੇ ਉੱਤੇ, ਸਿਟੀਜ਼ ਦੇ ਪੱਧਰ ਦੇ ਉੱਤੇ ਜਿਹੜੇ ਉਹ ਚੱਲ ਰਹੇ ਆ, ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਕਈ ਸ਼ਹਿਰਾਂ ਦੇ ਵਿੱਚ ਇਹ ਵੀ ਚੱਲਦੇ ਆ ਵੀ ਭਾਈ ਆਪਣੇ ਲਾਨ ਹਟਾ ਕੇ ਤੁਸੀਂ ਇੱਥੇ ਆਪਣਾ ਦੂਜਾ ਗਾਰਡਨ ਲਾਓ, ਵੈਜੀਟੇਬਲ ਗਾਰਡਨ ਲਾਓ, ਉਹਦੇ ਇਰੀਗੇਸ਼ਨ ਦੇ ਲਈ ਜਿਹੜੀ ਪਾਈਪ ਦੇ ਜ਼ਰੀਏ ਜਿਹੜੀ ਇਰੀਗੇਸ਼ਨ ਕਰਦੇ ਆ, ਡ੍ਰਿਪ ਲਾਈਨ ਜਿਹੜੀ ਆ, ਵਾਟਰਿੰਗ ਹੋਜ਼ ਨਾ ਵਰਤੋ, ਡ੍ਰਿਪ ਲਾਈਨ ਵਰਤੋ। ਸੋ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਚੱਲ ਰਹੇ ਆ, ਫਾਇਦਾ ਚੱਕਣਾ ਚਾਹੀਦਾ। ਬਾਕੀ ਜਿਹੜਾ ਕੋਈ ਆਪਣੇ ਪੱਧਰ ਦੇ ਉੱਤੇ ਆਪ ਕਰ ਸਕਦਾ ਉਹ ਖੁਦ ਵੀ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਕਰੇ। ਇਹ ਜਿਹੜੀਆਂ ਅਨੋਮਲੀਜ਼ ਆ ਇਹ ਵਧਣੀਆਂ ਹੀ ਆ, ਇਹ ਘਟਣੀਆਂ ਨਹੀਂ। ਜੋ ਇਸ ਟਾਈਮ ਹਾਲਾਤ ਆ, ਜੋ ਹੁਣ ਇਤਿਹਾਸ ਜਿਹੜਾ ਐਵਰੇਜਸ ਜੋ ਆਪਾਂ ਨੂੰ ਦੱਸ ਰਹੀਆਂ, ਸੋ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ, ਕਿਉਂਕਿ ਇਕੱਲਾ ਇਹੀ ਨਹੀਂ, ਕਈ ਦੀ ਨਾ ਸਭ ਲੜਾਈ ਇਹ ਆਪਾਂ ਕਰ ਬੈਂਦੇ ਆ ਜਾਂ ਕਰਦੇ ਆ ਕਈ ਜਣੇ ਵੀ ਇਹ ਸੱਚ ਆ ਕਿ ਨਹੀਂ ਸੱਚ ਆ। ਵੀ ਆਈ ਥਿੰਕ ਉਹ ਤੋਂ ਉੱਤੇ ਉੱਠ ਕੇ ਦੇਖਣਾ ਪੈਣਾ ਆ ਵੀ ਕਿੰਨਾ ਇਨਫਰਾਸਟ੍ਰਕਚਰ ਤੇ ਕਿੰਨਾ ਟੈਕਸ ਪੇਅਰ ਮਨੀ, ਜੇ ਤੁਸੀਂ ਉਸ ਐਂਗਲ ਤੋਂ ਦੇਖਦੇ ਆ ਵੀ ਕਿੰਨਾ ਟੈਕਸ ਪੇਅਰ ਮਨੀ ਹਰ ਸਾਲ ਬਿਲੀਅਨਸ ਆਫ ਡਾਲਰ ਹਰ ਇੱਕ ਸੂਬੇ ਦੇ ਜਿਹੜੇ ਉਹ ਲੱਗ ਰਹੇ ਆ, ਉਹ ਆਪਾਂ ਬਚਾ ਸਕਦੇ ਆ ਰਿਲੀਫ ਐਫਰਟ ਤੇ। ਹਾਂ,
ਜੇ ਇਹੋ ਚੀਜ਼ ਤੁਸੀਂ ਰੈਟਰੋਫਿਟਿੰਗ ਤੇ ਲਾਓ ਤੇ ਤੁਹਾਡਾ ਕਾਫੀ ਸਾਰਾ ਖਰਚਾ ਬਚ ਵੀ ਸਕਦਾ ਬਚ ਵੀ ਓਵਰ ਸਕਦਾ ਟਾਈਮ। ਬਿਲਕੁਲ ਯਾ ਨਹੀਂ ਆਪਣੀਆਂ ਇੰਸ਼ੋਰੈਂਸਾਂ ਮਹਿੰਗੀਆਂ ਹੁੰਦੀਆਂ ਇੰਨਾ ਕੁਝ ਹੋ ਰਿਹਾ ਇੰਸ਼ੋਰੈਂਸ ਲਈ ਮਿਲਦੀਆਂ ਨਹੀਂ, ਮਿਲਦੀਆਂ ਹੀ ਨਹੀਂ ਇਸੇ ਹਾਂ ਕਿਉਂ ਨਹੀਂ ਮਿਲਦੀਆਂ ਕਿਉਂਕਿ ਉਹ ਕਲੇਮ ਹੀ ਇੰਨੇ ਜ਼ਿਆਦਾ ਹੋਣ ਲੱਗ ਗਏ ਤੇ ਕਲੇਮ ਰਿਕਾਰਡ ਕਿਉਂ ਹੋਣ ਲੱਗੇ ਆ ਕਿਉਂਕਿ ਅਨੈਮਲੀਜ਼ ਜ਼ਿਆਦੀਆਂ ਵੱਧ ਗਈਆਂ। ਬਿਲਕੁਲ। ਸੋ ਇੱਕ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਖੇਤੀਬਾੜੀ ਦੇ ਵਿੱਚ ਹੋਰ ਕੀ ਇਸ ਟਾਈਮ ਚੱਲ ਰਿਹਾ, ਕੀ ਮੌਕਾ ਆ ਐਲਮੰਡ ਟਰੀਜ਼ ਦੇ ਨਾਲ ਕਰਨ ਦਾ ਜਾਂ ਹੋਰ ਖੇਤਾਂ ਦੇ ਵਿੱਚ ਕੀ ਜਿਹੜੇ ਇਸ ਟਾਈਮ ਵਕਤ ਆ ਕਰਨ ਦਾ, ਉਸ ਦੇ ਉੱਤੇ ਚਰਚਾ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ब्रेक तो बाद एक फिर आप सबका स्वागत है। सो तो प्रोग्राम चल रहा जी अपना इस मौके अपडेट फार्मिंग। मैं राजकनवीर सिंह, जुड़े हुए ने मेरे नाल डॉक्टर रंजीत रियाड़ जी। डॉक्टर साहब जी आए ने एक फिर सत श्री अकाल जी। ਜੀ ਤੇ ਗੱਲਬਾਤ ਨੂੰ ਅੱਗੇ ਜਿਹੜੀ ਆਪਾਂ ਤੋਰਦੇ ਹਾਂ, ਇਸ ਦੇ ਵਿੱਚ ਗੱਲ ਕਰਦੇ ਹਾਂ ਵੀ ਇਸ ਮੌਕੇ ਖੇਤਾਂ ਦੇ ਵਿੱਚ ਕੀ ਕਰਨ ਵਾਲਾ ਆ, ਕੀ ਕਰਨਾ ਜਿਹੜਾ ਉਹ ਚਾਹੀਦਾ ਆ। ਸਭ ਨੂੰ ਹੀ ਪਤਾ ਹੈ ਇਸ ਟਾਈਮ ਡਾਕਟਰ ਰਿਆੜ ਵੀ ਬਦਾਮਾਂ ਦਾ ਭਾਅ ਕੋਈ ਇੰਨਾ ਖਾਸ ਨਹੀਂ ਆ। ਸਰਵਾਈਵੇਬਿਲਟੀ ਦੇ ਉੱਤੇ ਬੜੇ ਵੱਡੇ ਜਿਹੜੇ ਪ੍ਰਸ਼ਨ ਨੇ, ਬੜੇ ਸਵਾਲ ਨੇ। ਪਰ ਉਸ ਦੇ ਨਾਲ ਪੈਰਲਲੀ ਇੱਕ ਹੋਰ ਸਮੱਸਿਆ ਦਰਪੇਸ਼ ਆ, ਜਿਹੜੀ ਨੇਵਲ ਔਰੰਜ ਵਰਮ ਆ। ਉਸ ਦੀ ਆਪਾਂ ਵੀਡੀਓਜ਼ ਦੇਖ ਰਹੇ ਹਾਂ, ਆਪਣੇ ਜਿਹੜਾ ਪੱਗ ਵਾਲਾ ਗਰੁੱਪ ਆ ਉਸ ਦੇ ਵਿੱਚ ਵੀ ਮੋਟੀ ਸੁੰਡੀ ਜਿਹੜੀ ਆ ਉਹ ਨਜ਼ਰ ਆ ਰਹੀ ਆ। ਜੇ ਬਦਾਮਾਂ ਦੀ ਕੁਆਲਿਟੀ ਜਾਂ ਇਹਦੇ ਵਿੱਚ ਹੋਰ ਆ ਜਾਂਦਾ, ਰਿਜੈਕਸ਼ਨ ਰੇਟ ਵੱਧ ਜਾਂਦਾ ਆ, ਇਹ ਸਾਰੀਆਂ ਚੀਜ਼ਾਂ ਆਉਂਦੀਆਂ ਆ, ਤਾਂ ਸਰਵਾਈਵੇਬਿਲਟੀ ਅੱਗੇ ਇੰਨੀ ਔਖੀ ਆ, ਉਹ ਪ੍ਰਾਈਸ ਹੋਰ ਘਟ ਜਾਊਗਾ, ਬੜੀ ਪ੍ਰੋਬਲਮ ਆਊਗੀ। ਇਹ ਇੱਕ ਵੱਡੀ ਸਮੱਸਿਆ ਹਰ ਸਾਲ ਹੀ ਜਿਹੜੀ ਇਹ ਆਉਂਦਾ ਆ। ਸੋ ਕੀ ਹੈ ਇਹਦੇ ਪਿੱਛੇ, ਕੀ ਕੀਤਾ ਜਾ ਸਕਦਾ ਹੈ, ਕਿੱਦਾਂ ਥੋੜੇ ਡਾਲਰ ਵੱਧ ਮਿਲਣ ਤੇ ਕਿੱਦਾਂ ਉੱਦਾਂ ਬਚਾਏ ਕਿੱਦਾਂ ਜਾ ਸਕਦੇ ਆ? ਹਾਂਜੀ, ਨਹੀਂ ਇਹਦਾ ਹੱਲ ਹੈਗਾ, ਸਿਰਫ ਥੋੜਾ ਜਿਹਾ ਹਿੰਮਤ ਕਰਕੇ ਐਫਰਟ ਕਰਨ ਦੀ ਲੋੜ ਆ ਠੀਕ ਹੈ ਜੀ। ਤੇ ਸਾਰਿਆਂ ਨੂੰ ਕਰਨ ਦੀ ਲੋੜ ਆ। ਦੇਖੋ, ਜੇ ਪ੍ਰਾਈਸ ਡਾਊਨ ਆ ਤੇ ਉਹਦੇ ਉੱਤੇ ਜੇ ਬਦਾਮਾਂ ਦੇ ਵਿੱਚ ਕੋਈ ਡਿਫੈਕਟ ਆ ਜੀ, ਉਹਦੇ ਕਰਕੇ ਪ੍ਰਾਈਸ ਵਧਣਾ ਤਾਂ ਨਹੀਂ ਨਾ, ਨਹੀਂ ਘਟਣਾ, ਸਗੋਂ ਘਟਣਾ। ਡਿਸਕਾਊਂਟ ਲੱਗੂਗਾ ਜਾਂ ਪੈਨਲਟੀ ਪਊਗੀ ਜਾਂ ਤੁਹਾਡਾ ਗ੍ਰੇਡ ਨਹੀਂ ਸਹੀ ਆਊਗਾ। ਉਹ ਜੋ ਮਾਰਕੀਟ ਦਾ ਰੇਟ ਏ ਗ੍ਰੇਡ ਦਾ ਜਾਂ ਗੁੱਡ ਕੁਆਲਿਟੀ ਦਾ ਚੱਲ ਰਿਹਾ ਉਹ ਵੀ ਨਹੀਂ ਮਿਲਣਾ। ਜੇ ਘੱਟ ਆ ਤੇ ਉਦੋਂ ਵੀ ਘੱਟ ਹੀ ਮਿਲਣਾ। ਤੇ ਇਹ 'ਚ ਆਮੰਡ ਮਾਰਕੀਟਿੰਗ ਵਾਲਿਆਂ ਦਾ ਜਿਹੜਾ ਆਮੰਡ ਬੋਰਡ ਹੈ, ਉਹਨਾਂ ਦੇ ਵੀ ਟਾਰਗੇਟ ਵਗੈਰਾ ਆਪਣੇ ਰੱਖੇ ਆ ਕਿ ਇੱਕ ਗਰੋਅਰ ਦਾ 2% ਤੋਂ ਵੱਧ ਨਾ ਹੋਵੇ ਰਿਜੈਕਸ਼ਨ ਰੇਟ। ਠੀਕ ਹੈ। ਤੇ ਵਨ ਆਫ ਦਾ ਮੇਜਰ ਫੈਕਟਰ ਜਿਹੜਾ ਇਸ ਚੀਜ਼ ਨੂੰ ਵਧਾਉਂਦਾ ਉਹ ਹੈਗਾ ਹੀ ਨੇਵਲ ਔਰੰਜ ਵਰਮ ਡੈਮੇਜ ਆ। ਸੋ ਇੱਕ ਤਾਂ ਉਹ ਰਿਜੈਕਸ਼ਨ ਰੇਟ ਜਿਹੜਾ ਉਹਦੇ ਕਰਕੇ ਪ੍ਰਾਈਸ ਘਟ ਜਾਂਦਾ। ਠੀਕ ਹੈ। ਦੂਜਾ ਉਹਦੇ ਕਰਕੇ ਫੂਡ ਸੇਫਟੀ ਦੀਆਂ ਰੈਗੂਲੇਸ਼ਨ ਜਿਹੜੀਆਂ ਉਹ ਵੀ ਆ ਜਾਂਦੀਆਂ, ਕਿਉਂਕਿ ਇਹਦੇ ਕਰਕੇ ਜਿੱਥੇ ਵੀ ਜਿਹੜੇ ਵੀ ਬਦਾਮਾਂ ਨੂੰ ਨੇਵਲ ਔਰੰਜ ਵਰਮ ਦਾ ਜਿਹੜਾ ਸੁੰਡੀ ਨੇ ਡੈਮੇਜ ਕੀਤਾ ਹੁੰਦਾ ਆ ਕਰਨਲ ਅੰਦਰੋਂ, ਉਹਦੇ ਵਿੱਚ ਐਸਪਰਜਿਲਸ ਫੰਗਸ ਜਿਹੜਾ ਆ ਉਹ ਹੁੰਦਾ ਆ। ਠੀਕ ਹੈ। ਉਹਦੇ ਕਰਕੇ ਐਫਲਾਟੌਕਸਿਨ ਇੱਕ ਗਰੁੱਪ ਆਫ ਫੰਗਲ ਐਲਕਲੋਇਡਸ ਹੁੰਦੇ ਨੇ ਜਿਹੜੇ ਕਿ ਜ਼ਹਿਰੀਲੇ ਹੁੰਦੇ ਆ। ਠੀਕ ਹੈ। ਸੋ ਉਹ ਖਾਣ ਨਾਲ ਮਨੁੱਖਾਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਆ। ਤੇ ਜੇ ਉਹ ਲੈਵਲ ਇੱਕ ਖਾਸ ਲੈਵਲ ਤੋਂ ਵੱਧ ਹੋਵੇ ਤੇ ਉਹ ਈਵਨ ਡੰਗਰਾਂ ਨੂੰ ਵੀ ਖਾਣ ਨੂੰ ਜਾਂ ਜਾਨਵਰਾਂ ਵਾਸਤੇ ਵੀ ਐਨੀਮਲ ਫੀਡ 'ਚ ਵੀ ਨਹੀਂ ਯੂਜ਼ ਹੁੰਦਾ। ਸੋ ਬੇਸਿਕਲੀ ਉਹਨੂੰ ਸੁੱਟਣਾ ਪੈਂਦਾ, ਡੰਪ ਕਰਨਾ ਪੈਂਦਾ ਜੇ ਉਹ ਐਫਲਾਟੌਕਸਿਨ ਲੈਵਲਸ ਕਿਸੇ ਵੀ ਪ੍ਰੋਡਕਟ 'ਚ, ਮੱਕੀ 'ਚ ਵੀ ਹੁੰਦਾ, ਦਾਣਿਆਂ 'ਚ ਵੀ ਹੁੰਦਾ, ਬਦਾਮਾਂ 'ਚ ਵੀ ਹੁੰਦਾ। ਜਿਹ 'ਚ ਵੀ ਇਹ ਫੰਗਸ ਵਾਲਾ ਇਹ ਜ਼ਿਆਦਾ ਆ। ਹਾਂਜੀ, ਜਿਹੜਾ ਫੰਗਸ ਜਿਹੜਾ ਐਫਲਾਟੌਕਸਿਨ ਹੈ, ਫੰਗਲ ਐਲਕਲੋਇਡ ਜਿਹੜੇ ਹੁੰਦੇ ਨੇ, ਉਹ ਪਰ ਲੱਗਦੇ ਤਾਂ ਹੀ ਆ ਜੇ ਉਹਨਾਂ ਨੂੰ ਜ਼ਿਆਦਾ ਕੀੜੇ ਦਾ ਅਸਰ ਹੋਇਆ ਹੋਵੇ ਜਾਂ ਨੁਕਸਾਨ ਕੀਤਾ ਹੋਵੇ। ਹੁਣ ਨੇਵਲ ਔਰੰਜ ਵਰਮ ਆ ਜਿਹੜਾ ਇਸ ਮੌਕੇ ਜੋ ਗਰੋਅਰ ਕਰ ਸਕਦੇ ਆ, ਸੋ ਉਹਨੂੰ ਮੈਨੇਜ ਕਰਨ ਦੇ 4 ਤਰੀਕੇ ਨੇ, ਪਰ ਸਾਰੇ ਹੀ ਇਫੈਕਟਿਵ ਆ, ਪਰ ਕੱਲਾ ਕੋਈ ਵੀ ਇਫੈਕਟਿਵ ਨਹੀਂ। ਅੱਛਾ, ਕੁਝ ਚੀਜ਼ਾਂ ਪੈਰਲਲੀ ਇਕੱਠੀਆਂ ਹੀ ਕਰਨੀਆਂ, ਮਤਲਬ ਪੈਰਲ ਨਹੀਂ, ਸੀਕੁਐਂਸ਼ੀਅਲ ਨੇ। ਓਕੇ। ਸੋ ਉਹਦੇ ਵਿੱਚ ਸਭ ਤੋਂ ਜ਼ਿਆਦਾ ਅਹਿਮ ਰੋਲ ਜਿਹੜਾ ਇਸ ਵੇਲੇ ਹੈਗਾ ਫੀਲਡ ਸੈਨੀਟੇਸ਼ਨ ਦਾ। ਠੀਕ ਹੈ। ਜਨਰਲੀ ਆਪਾਂ ਪੈਸਟ ਮੈਨੇਜਮੈਂਟ ਵਾਸਤੇ ਇਹੋ ਕਰਦੇ ਵੀ ਸਟਾਰਟ ਕਲੀਨ, ਸਟੇ ਕਲੀਨ, ਤੇ ਇਹਦੇ ਵਿੱਚ ਵੀ ਉਹ ਚੀਜ਼ ਬਿਲਕੁਲ ਢੁਕਦੀ ਆ। ਸੋ ਹੁਣ ਕੱਲ ਮੀਂਹ ਪਿਆ ਆ ਵੈਲੀ ਦੇ ਵਿੱਚ ਕਾਫੀ। ਮੀਂਹ ਪੈਣ ਤੋਂ ਬਾਅਦ 'ਚ ਮੀਂਹ ਦੇ ਨਾਲ ਜਿਹੜੇ ਉਹ ਮੰਮੀਜ਼ ਆ ਜਿਹੜੀਆਂ ਜੁੜੀਆਂ ਰਹਿ ਗਈਆਂ, ਨਟਸ ਜਿਹੜੇ ਹਾਰਵੈਸਟ ਨਹੀਂ ਹੋਏ, ਉਹਨਾਂ ਨੂੰ ਸ਼ੇਕ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ। ਤੇ ਜਦੋਂ ਸਲਾਬਾ ਹੋਇਆ ਹੋਵੇ, ਸਿੱਲੀਆਂ ਹੋਈਆਂ ਹੋਣ, ਉਦੋਂ ਸ਼ੇਕ ਕਰਨਾ ਉਹਨੂੰ ਸੌਖਾ ਹੋ ਜਾਂਦਾ, ਭਾਰੀਆਂ ਹੋ ਜਾਂਦੀਆਂ। ਇਸ ਕਰਕੇ ਉਹ ਥੋੜੇ ਜਿਹੇ ਐਫਰਟ ਨਾਲ ਹੀ ਸ਼ੇਕ ਹੋ ਜਾਂਦੀਆਂ। ਸੋ ਜੇ ਤੁਸੀਂ ਮੰਮੀ ਸ਼ੇਕਿੰਗ ਅਜੇ ਨਹੀਂ ਕੀਤੀ ਤਾਂ ਕਰਵਾਓ ਜਾਂ ਕਰ ਲਓ। ਠੀਕ ਹੈ। ਤੇ ਜੇ ਛੋਟਾ ਔਰਚਰਡ ਆ ਜਾਂ ਮਸ਼ੀਨ ਅਵੇਲੇਬਲ ਨਹੀਂ ਗੀ ਤੇ ਪੋਲਿੰਗ ਨਾਲ ਵੀ ਕਰ ਸਕਦੇ। ਸੋ ਪੋਲ ਇੱਕ ਜਿੱਦਾਂ ਢਾਂਗੀ ਹੁੰਦੀ ਆ, ਉਦਾਂ ਦਾ ਡੰਡਾ ਹੁੰਦਾ, ਉਹ ਡੰਡੇ ਨਾਲ ਫੜ ਕੇ ਉਹਨਾਂ ਨੂੰ ਝਾੜ ਲਓ, ਲੰਬੇ ਡੰਡੇ ਨਾਲ ਜਾਂ ਸ਼ੈਫਰਡ ਕਰੁੱਕ ਦੇ ਨਾਲ ਉਹਨੂੰ ਖਿੱਚ ਕੇ, ਤੇ ਉਹਦੇ ਨਾਲ ਸੌਖੀਆਂ ਝੜ ਜਾਂਦੀਆਂ। ਸੋ ਸਟੈਂਡਰਡਸ ਇੱਦਾਂ ਨੇ ਕਿ ਜੇ ਤੁਹਾਡੇ ਬਾਗ ਦੇ ਵਿੱਚ ਹਰੇਕ ਬੂਟੇ ਦੇ ਉੱਤੇ 2 ਤੋਂ ਵੱਧ ਨੇ, ਫਿਰ ਤੁਹਾਨੂੰ ਸ਼ੇਕਿੰਗ ਕਰਨੀ ਚਾਹੀਦੀ ਆ। ਅੱਛਾ। ਜੇ ਬੂਟੇ ਪਿੱਛੇ ਹਰੇਕ ਬੂਟੇ ਦੇ ਉੱਤੇ 2 ਤੇ ਫਲੋਰ ਦੇ ਉੱਤੇ 8, ਇਹ ਆ ਸਟੈਂਡਰਡ ਮਿਨੀਮਮ ਕਲੀਨਿੰਗ ਦਾ। ਜੇ ਇਦੋਂ ਵੱਧ ਆ ਫਿਰ ਤੁਹਾਨੂੰ ਸਫਾਈ ਜਿਹੜੀ ਆ ਬਾਗ ਦੇ ਵਿੱਚ ਸਾਫ਼ ਸਫਾਈ ਇੰਪਰੂਵ ਕਰਨੀ ਚਾਹੀਦੀ ਆ। ਸਦਰਨ ਵੈਲੀ ਦੇ ਵਿੱਚ ਤਾਂ ਇਹ ਸਟੈਂਡਰਡ ਹੋਰ ਵੀ ਸਟ੍ਰਿੰਜੈਂਟ ਆ। ਅੱਛਾ ਜੀ। 5 ਬੂਟਿਆਂ ਪਿੱਛੇ 1। ਅੱਛਾ। ਜੇ ਤੁਹਾਡੇ ਬਾਗ ਦੇ ਵਿੱਚ 5 ਬੂਟਿਆਂ ਪਿੱਛੇ ਜੇ 1 ਮੰਮੀ ਨਟ ਹੈਗਾ ਆ, ਫਿਰ ਤੁਹਾਨੂੰ ਸ਼ੇਕਿੰਗ ਜਾਂ ਪੋਲਿੰਗ ਕਰਨੀ ਚਾਹੀਦੀ ਹੈ, ਕਿਉਂਕਿ ਬਿਲਡ ਅਪ ਉਤੋਂ ਹੋਣਾ ਆ।
ਇਸ ਵਾਰ ਇੰਨਾ ਜ਼ਿਆਦਾ ਹੈ, ਪਿਛਲੀ ਵਾਰ ਪਿਛਲੇ ਸਾਲ ਵੀ ਬਹੁਤ ਸੀਗਾ ਨਾ, ਮੀਂਹ ਬਹੁਤ ਸੀਗੇ, ਪਿਛਲੀ ਵਾਰੀ ਤੇ ਇਕਵਿਪਮੈਂਟ ਵੀ ਕਹਿੰਦੇ ਬਹੁਤ ਘੱਟ ਵੜਨ ਦਾ ਮੌਕਾ ਮਿਲਿਆ, ਤੇ ਉਹਦੇ ਕਰਕੇ ਫਿਰ ਨੈਵਲ ਔਰੇਂਜ ਵਰਮ ਦਾ ਡੈਮੇਜ ਕਿੰਨਾ ਹੋਇਆ। ਸੋ ਜੇ ਡੈਮੇਜ ਜ਼ਿਆਦਾ ਹੈ ਤਾਂ ਮਤਲਬ ਪੋਪੂਲੇਸ਼ਨ ਜ਼ਿਆਦਾ ਸੀ, ਤੇ ਜੇ ਪੋਪੂਲੇਸ਼ਨ ਜ਼ਿਆਦਾ ਸੀ ਤੇ ਅਗਲੇ ਸਾਲ ਕੀ ਲੱਗਦਾ ਕਿ ਪੋਪੂਲੇਸ਼ਨ ਘਟੇਗੀ ਜਾਂ ਵਧੇਗੀ? ਬਗੈਰ ਕੁਝ ਇਹ ਐਕਸਪੋਨੈਂਸ਼ੀਅਲੀ ਵਧੇਗੀ, ਬਹੁਤ ਛੇਤੀ ਤੇ ਬਹੁਤ ਜ਼ਿਆਦਾ ਵਧੇਗੀ। ਸੋ ਇਸ ਸਾਲ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿ ਜਿਨ੍ਹਾਂ ਦੇ ਖੇਤਾਂ 'ਚ ਪਿਛਲੇ ਸਾਲ ਨੇਵਲ ਔਰੇਂਜ ਵਰਮ ਦਾ ਡੈਮੇਜ ਜਾਂ ਉਹਦੇ ਕਰਕੇ ਰਿਜੈਕਟਸ ਜ਼ਿਆਦਾ ਆਏ ਆ, ਉਹਨਾਂ ਨੂੰ ਇਸ ਸਾਲ ਇਹ ਪ੍ਰੋਸੈਸ ਕਰਨਾ ਬਹੁਤ ਜ਼ਰੂਰੀ ਹੈ। ਸੈਨੀਟੇਸ਼ਨ ਕਰਕੇ ਤੇ ਉਹਨੂੰ ਸਵੀਪ ਕਰਕੇ ਰੋ ਮੈਡਲਸ 'ਚ ਲਿਆਓ ਤੇ ਉਹਨੂੰ ਸ਼ਰੈਡ ਕਰ ਦਿਓ ਜਾਂ ਡਿਸਕ ਕਰ ਦਿਓ, ਕਿਉਂਕਿ ਇਹ ਜਿਹੜਾ ਸੁੰਡੀ ਆ ਜਾਂ ਜਿਹੜਾ ਲਾਰਵਾ ਆ, ਇਹਨੇ ਓਵਰਵਿੰਟਰ ਕਰਨਾ ਉਸ ਕਰਨਲ ਦੇ ਵਿੱਚ। ਅੱਛਾ, ਠੀਕ ਆ। ਜੇ ਉਹ ਕਰਨਲ ਦਾ ਪ੍ਰੋਟੈਕਟਿਵ ਸਟਰਕਚਰ ਜਿਹੜਾ ਸ਼ੈਲ ਆ ਉਹ ਬਚਿਆ ਰਿਹਾ ਤੇ ਉਹਨੇ ਉਸੇ ਵਿੱਚੋਂ ਪਤੰਗਾਂ ਨੇ ਨਿਕਲਣਾ, ਫਲਾਈਟ ਲੈਣੀ ਆ, ਆਂਡੇ ਦੇਣੇ ਆ ਹਲ ਸਪਲਿਟ ਦੇ ਲਾਗੇ ਜਾ ਕੇ ਜਾਂ ਪਹਿਲਾਂ ਵੀ, ਤੇ ਫਿਰ ਇਹਨੇ ਅਗਲਾ ਸਾਈਕਲ ਜਿਹੜਾ ਇਹਦਾ ਡੈਮੇਜ ਦਾ ਸ਼ੁਰੂ ਹੋਣਾ, ਤੇ ਫਿਰ ਤੁਹਾਨੂੰ ਇਸ ਸਾਲ ਵੀ ਹਾਰਵੈਸਟ ਤੇ ਜਾ ਕੇ ਜਾਂ ਸ਼ੈਲਿੰਗ ਦੇ ਟਾਈਮ ਤੇ ਜਾ ਕੇ ਪ੍ਰੋਬਲਮਸ ਆਉਣਗੀਆਂ। ਹਾਂ ਜੀ, ਹੁਣ ਸੈਨੀਟੇਸ਼ਨ ਇੱਕ ਤਾਂ ਚਲੋ ਕਰੋ ਜਿੱਦਾਂ ਸਲਾਹ ਦੇ ਰਹੇ ਆ, ਜੇ ਨਹੀਂ ਕਰਦੇ ਫਿਰ ਬਾਅਦ ਚ ਮਹਿੰਗੀਆਂ ਸਪਰੇਹਾਂ, ਜ਼ਿਆਦੀਆਂ ਸਪਰੇਹਾਂ, ਹੋਰ ਕਿੰਨਾ ਕੁਛ ਜਿਹੜਾ ਉਹ ਐਡ ਉਹਨਾਂ ਦਾ ਵੀ ਇਫੈਕਟ ਘਟ ਜਾਂਦਾ। ਉਦਾਂ ਤੇ ਚਲੋ ਜੇ ਤੁਸੀਂ ਸੈਨੀਟੇਸ਼ਨ ਕੀਤੀ ਆ, ਤੁਹਾਡਾ ਇਨੀਸ਼ੀਅਲ ਇਨੋਕੂਲਮ ਹੀ ਘਟ ਗਿਆ ਤੇ ਤੁਹਾਡੀ ਅਗਲੀ ਸਪਰੇ ਜੇ 4 ਕਰਨੀ ਹੈ ਤੇ 2 ਨਾਲ ਸਰ ਜੂ। ਪੈਸੇ ਬਚਦੇ, ਟਾਈਮ ਬਚਦਾ, ਕਿੰਨਾ ਖਰਚਾ ਜਿਹੜਾ ਆ ਤੁਹਾਡਾ ਉਹ ਬਚਦਾ, ਤੇ ਜੇ ਨਾਲ ਕੁਆਲਿਟੀ ਇੰਪਰੂਵ ਹੋ ਜਾਂਦੀ ਆ, ਝਾੜ ਇੰਪਰੂਵ ਹੋ ਜਾਂਦਾ, ਤੇ ਉਹ ਤੋਂ ਹੋਰ ਜੇ ਪ੍ਰਾਈਸ ਘੱਟ ਹੈ ਤੇ ਘੱਟੋ ਘੱਟ ਤੁਸੀਂ ਕੁਆਲਿਟੀ ਤੇ ਇੰਪਰੂਵ ਕਰ ਰਹੇ ਜੇ ਨਾ, ਯੀਲਡ ਤਾਂ ਤੁਹਾਡੀ ਡੈਮੇਜ ਤੋਂ ਬਚ ਰਹੀ ਹੈ ਨਾ, ਸੋ ਤੁਹਾਨੂੰ ਦੋਹਰੀ ਮਾਰ ਤਾਂ ਨਹੀਂ ਨਾ ਪੈ ਰਹੀ। ਸੋ ਇਸ ਟਾਈਮ ਤੇ ਜੇ ਹੁਣ ਮੀਂਹ ਤੋਂ ਬਾਅਦ ਜਿਵੇਂ ਵੀ ਪੈਰ ਧਰਾਵਾ ਹੁੰਦਾ ਹੈ, ਮਸ਼ੀਨ ਜਾਂ ਸ਼ੇਕਰ ਜੇ ਚੱਲ ਸਕਦਾ, ਜਾਂ ਛੋਟੇ ਔਰਚਰਡ ਜੇ ਪੋਲ ਨਾਲ ਕਰਕੇ ਤੇ ਸ਼ੇਕ ਕਰਕੇ ਤੇ ਸਵੀਪ ਕਰਕੇ ਤੇ ਉਹਨੂੰ ਸ਼ਰੈਡ ਕਰ ਦਿਓ। ਤੇ ਜੇ ਬਾਕੀ ਖਰਚਾ ਬਚਾਉਣ ਦੀ ਗੱਲ ਕਰਦੇ ਤੇ ਜਿਨ੍ਹਾਂ ਨੇ ਅਜੇ ਟ੍ਰਿਮਿੰਗ ਜਾਂ ਪ੍ਰੂਨਿੰਗ ਵਗੈਰਾ ਨਹੀਂ ਕੀਤੀ, ਉਹ ਨਾ ਕਰੋ। ਅੱਛਾ, ਜੇ ਵੇਟ ਕਰ ਲੈਣ, ਉਹਦੀ ਲੋੜ ਨਹੀਂ। ਅੱਛਾ, ਮੈਂ ਜਿੰਨੀ ਕੁ ਵੀ ਰਿਸਰਚ ਪੜ੍ਹੀ ਆ, ਜਿੰਨੀ ਕੁ ਵੀ ਰਿਸਰਚ ਹੋਈ ਆ ਇਸ ਚੀਜ਼ ਬਾਰੇ, ਜਿਹੜੀ ਕਾਂਟ ਛਾਂਟ ਕਰਨ ਵਾਸਤੇ, ਜੇ ਤੁਸੀਂ ਕਰਨੀ ਵੀ ਹੈ ਤਾਂ ਤੁਹਾਨੂੰ ਝਾੜ ਵਾਸਤੇ, ਝਾੜ ਨੂੰ ਟਾਰਗੇਟ ਕਰਕੇ ਜਾਂ ਯੀਲਡ ਨੂੰ ਟਾਰਗੇਟ ਕਰਕੇ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹਦੇ ਨਾਲ ਯੀਲਡ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ। ਸਗੋਂ ਘਟ ਜਾਂਦੀ ਹੈ ਕਈਆਂ ਔਰਚਰਡਸ ਦੇ ਵਿੱਚ ਜਾਂ ਕਈਆਂ ਸਾਲਾਂ ਦੇ ਵਿੱਚ। ਆਪਾਂ ਕੋਈ ਐਸੀ ਛਟੀ ਵੱਢ ਦਿੰਦੇ ਜਿੱਤੇ ਲੱਗ ਜਾਣੇ ਹੁੰਦੇ ਆ। ਹਾਂਜੀ, ਸੋ ਇਸ ਚੀਜ਼ ਨਾਲ ਯੀਲਡ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ, ਕੋਈ ਪੋਜ਼ਿਟਿਵ ਇਹਦਾ ਇਫੈਕਟ ਨਹੀਂ ਹੈਗਾ। ਠੀਕ ਆ। ਸੋ ਜੇ ਉੱਦਾਂ ਕ੍ਰਾਸਿੰਗ ਹੋਈ ਆ, ਜਾਂ ਡੈਮੇਜਡ ਵੁੱਡ ਆ, ਜਾਂ ਡੈਡ ਵੁੱਡ ਆ, ਜਾਂ ਕੋਈ ਟਾਣਾ ਟੇਢਾ ਹੋਇਆ ਜਾਂ ਟੁੱਟਾ ਆ, ਉਹਨੂੰ ਕੱਟਣਾ, ਜਾਂ ਮਸ਼ੀਨ ਦੇ ਨਾਲ ਅੜਦਾ ਆ, ਜ਼ਿਆਦਾ ਨੀਵਾਂ ਹੋ ਗਿਆ ਆ, ਕਲੀਅਰੈਂਸ ਦਾ, ਉਹਨਾਂ ਨੂੰ ਕੱਟੋ। ਠੀਕ ਹੈ। ਹੋਰ ਤੁਹਾਨੂੰ ਟ੍ਰਿਮਿੰਗ ਕਰਨ ਦੀ, ਪ੍ਰੂਨਿੰਗ ਕਰਨ ਦੀ ਬਦਾਮਾਂ ਦੇ ਵਿੱਚ ਲੋੜ ਨਹੀਂ। ਕਿਹੜੇ ਈਅਰ ਤੋਂ ਬਾਅਦ ਜੇ ਕਰਨੀ ਵੀ ਹੋਵੇ, ਕਿੰਨੇ ਕੁ ਸਾਲ ਦਾ ਬੂਟਾ ਹੋਵੇ ਉਹਨੂੰ? ਜਿਹੜੇ ਪਹਿਲੇ 2-3 ਸਾਲ ਜਦੋਂ ਬੂਟੇ ਦੀ ਸ਼ੇਪ ਬਣਨੀ ਹੈ ਕਿ ਨਹੀਂ, ਉਦੋਂ ਰეკਮੈਂਡੇਸ਼ਨਸ ਜਿਹੜੀਆਂ ਉਹ ਫੋਲੋ ਕਰੋ। ਠੀਕ ਹੈ। ਕੈਨੋਪੀ ਜਿੱਦਾਂ ਦੀ ਸ਼ੇਪ ਬਣਾਉਣੀ ਆ, ਸਕੈਫੋਲਡਿੰਗ, ਪ੍ਰਾਇਮਰੀ, ਸੈਕੰਡਰੀ, ਟਰਸ਼ਰੀ ਬ੍ਰਾਂਚਸ ਜਿਹੜੀਆਂ ਬਣਨੀਆਂ, ਤਦ ਤੱਕ ਉਹਨੂੰ ਉਨੀ ਸ਼ੇਪ ਦਿਓ, 5-7 ਜਿੰਨੀਆਂ ਵੀ ਤੁਹਾਨੂੰ ਤੁਹਾਡੀ ਪਲਾਂਟਿੰਗ ਡੈਂਸਿਟੀ ਦੇ ਹਿਸਾਬ ਨਾਲ ਜਾਂ ਵੈਰਾਈਟੀ ਦੇ ਹਿਸਾਬ ਨਾਲ ਚਾਹੀਦੀਆਂ। ਜਿਹੜੀਆਂ ਤੇ ਪੁਰਾਣੀਆਂ ਲੱਗੀਆਂ ਕਿ ਨਹੀਂ, ਉਹ 'ਚ ਤੇ ਜੇ ਡੈਡ ਵੁੱਡ ਆ, ਸਿਰਫ ਉਹਨੂੰ ਰਿਮੂਵ ਕਰੋ। ਮੈਂ ਡੇਟਾ ਦੇਖ ਰਿਹਾ ਸੀਗਾ ਵੀ 19 ਸਾਲ ਤੱਕ ਉਹਨਾਂ ਨੇ ਮਤਲਬ ਕੰਪੈਰੀਜ਼ਨ ਕੀਤਾ ਵੀ ਹਰ ਸਾਲ ਪ੍ਰੂਨਿੰਗ ਕਰਨ ਦਾ ਵਰਸਸ ਨੋ ਪ੍ਰੂਨਿੰਗ ਦਾ। ਅੱਛਾ, 19 ਸਾਲ ਤੇ ਈਅਰ ਟੂ ਈਅਰ ਕੋਈ ਫਰਕ ਨਹੀਂ ਹੈ। ਸਗੋਂ ਕਿਸੇ ਸਾਲ ਜਿਨ੍ਹਾਂ 'ਚ ਪ੍ਰੂਨਿੰਗ ਹੁੰਦੀ ਆ, ਉਹਨਾਂ 'ਚ ਯੀਲਡ ਘਟਦੀ ਆ। ਅੱਛਾ, ਸੋ ਪ੍ਰੂਨਿੰਗ ਜਿਹੜੀ ਆ, ਅਨਲੈਸ ਐਬਸੋਲੂਟਲੀ ਤੁਹਾਨੂੰ ਲੱਗਦਾ ਵੀ ਨੈਸੈਸਰੀ ਹੈ, ਨਾ ਕਰੋ। ਉਹਦੇ ਨਾਲ ਤੁਹਾਡਾ ਝਾੜ ਨਹੀਂ ਵਧਣਾ। ਕਲੀਅਰੈਂਸ ਦੀ ਪ੍ਰੋਬਲਮ ਆ, ਹਾਂਜੀ, ਜਾਂ ਮਤਲਬ ਬਹੁਤ ਜ਼ਿਆਦਾ ਡੈਂਸ ਕੈਨੋਪੀ ਹੋ ਜਾਂਦੀ ਗਰੋਇੰਗ ਸੀਜ਼ਨ ਦੇ ਵਿੱਚ, ਵੀ ਸਪਰੇ ਪੈਨੀਟ੍ਰੇਸ਼ਨ ਨਹੀਂ ਹੁੰਦੀ, ਸਪਰੇ ਕਵਰੇਜ ਦਾ ਇਸ਼ੂ ਜੇ ਹੋ ਜਾਂਦਾ ਆ, ਜਾਂ ਲਾਈਟ ਕਵਰੇਜ ਦਾ ਇਸ਼ੂ ਹੋ ਜਾਂਦਾ ਵੀ ਬੂਟੇ ਦੇ ਸੈਂਟਰ ਤੱਕ ਲਾਈਟ ਨਹੀਂ ਪਹੁੰਚਦੀ, ਬਹੁਤ ਜ਼ਿਆਦਾ ਸੰਘਣਾ ਬੂਟਾ ਹੋ ਗਿਆ, ਫਿਰ ਉਹਨਾਂ ਨੂੰ ਵਿਰਲੇ ਕਰੋ। ਤੇ ਉਹ ਭਾਵੇਂ 4 ਸਾਲ ਬਾਅਦ ਕਰ ਲਓ, 8 ਸਾਲਾਂ ਬਾਅਦ ਕਰ ਲਓ, ਜਦੋਂ ਵੀ ਉਹ ਤੁਹਾਡੀ ਨੌਬਤ ਉਸ ਲੈਵਲ ਤੇ ਆਉਂਦੀ ਆ ਵੀ ਤੁਹਾਨੂੰ ਉਹਦੀ ਲੋੜ ਜਾਪਦੀ। ਅਦਰਵਾਈਜ਼ ਹਰ ਸਾਲ ਕਰਨ ਵਾਲਾ ਕੰਮ ਨਹੀਂ ਹੈਗਾ। ਸੋ ਮੈਂ ਇਹੋ ਸੁਜੈਸਟ ਕਰੂੰਗਾ ਵੀ ਤੁਸੀਂ ਆਪਣੇ CCAs ਨਾਲ ਕੰਸਲਟ ਕਰੋ, ਸਲਾਹ ਕਰੋ ਇਸ ਚੀਜ਼ ਬਾਰੇ। ਮੇਰੇ ਓਪੀਨੀਅਨ ਮੁਤਾਬਕ ਜਿੰਨਾ ਵੀ ਡੇਟਾ ਮੈਂ ਦੇਖਿਆ ਹੈ, ਇਸ ਚੀਜ਼ ਦੀ ਲੋੜ ਨਹੀਂ। ਸੋ ਜੇ ਪ੍ਰੂਨਿੰਗ ਨਹੀਂ ਕੀਤੀ ਤੇ ਸ਼ਰੈਡਿੰਗ ਦੀ ਵੀ ਨਹੀਂ ਲੋੜ। ਖਰਚਾ ਬਚਦਾ ਉੱਥੇ। ਉਹ ਖਰਚਾ ਸਗੋਂ ਸ਼ੇਕਿੰਗ ਤੇ ਸਵੀਪਿੰਗ ਤੇ ਫਲੇਲ ਮੋਇੰਗ ਤੇ ਲਾਓ। ਠੀਕ ਹੈ। ਠੀਕ ਹੈ। ਤੇ ਇੱਕ ਹੋਰ ਕੰਮ ਇਸ ਟਾਈਮ ਤੇ ਗਰੋਅਰਸ ਕਰ ਸਕਦੇ ਆ, ਉਹ ਆ ਵਰਟੀਬ੍ਰੇਟ ਮੈਨੇਜਮੈਂਟ, ਗੋਫਰ ਕੰਟਰੋਲ। ਠੀਕ ਹੈ। ਜ਼ਰੂਰ ਦੱਸੋ ਇਹਦਾ, ਇਹ ਬਹੁਤ ਤੰਗ ਕਰਦਾ ਕਈਆਂ ਨੂੰ। ਸੋ ਗੋਫਰ ਜਿਹੜਾ ਕਿ ਨਹੀਂ, ਜੇ ਤੁਹਾਡੇ ਔਰਚਰਡ 'ਚ ਐਸਟੈਬਲਿਸ਼ਡ ਆ, ਤੁਹਾਨੂੰ ਹਰ ਸਾਲ ਐਫਰਟ ਕਰਨਾ ਪੈਣਾ, ਸਾਲ 'ਚ 2 ਵਾਰੀ
ਇਸ ਟਾਈਮ ਤੇ ਸਿਆਲਾਂ 'ਚ। ਫਾਲ ਦੇ ਵਿੱਚ ਜਦੋਂ ਠੰਡ ਘਟਣ ਲੱਗਦੀ ਥੋੜੀ ਜੀ, ਹੂੰ, ਗਰਮੀ ਘਟਣ ਹੂੰ। ਲੱਗਦੀ ਥੋੜੀ ਜੀ, ਠੰਡ ਸ਼ੁਰੂ ਹੁੰਦੀ ਆ ਕਿ ਇਹਦੀਆਂ ਜਿਹੜੀਆਂ ਇਸ ਟਾਈਮ ਤੇ ਸਭ ਤੋਂ ਜ਼ਿਆਦਾ ਇਫੈਕਟਿਵ ਆ ਐਕਚੁਅਲੀ ਹੁਣ ਵੀ ਤੇ ਫਾਲ 'ਚ ਹੂੰ। ਵੀ ਇਹਨਾਂ ਦੇ ਮੀਟਿੰਗ ਸੀਜ਼ਨ ਦੇ ਦੌਰਾਨ ਨਵੇਂ ਇਹਨਾਂ ਦੇ ਜਿਹੜੇ ਅਗਲੇ ਬੱਚੇ ਇਹਨਾਂ ਦੇ ਪੈਦਾ ਹੋਣੇ ਉਸ ਤੋਂ ਪਹਿਲਾਂ ਇਹਨਾਂ ਦੀ ਪੋਪੂਲੇਸ਼ਨ ਡਿਸਰਪਸ਼ਨਸ ਹੋਣ। ਕੰਟਰੋਲ ਕਰੋ, ਇਹਨਾਂ ਨੂੰ ਡਿਸਰਪਟ ਕਰ ਦਿਓ ਕਿਉਂਕਿ ਹੂੰ। ਜੇ ਐਸਟੈਬਲਿਸ਼ ਹੈ ਤੇ ਇਹਨਾਂ ਨੇ ਹਰ ਸਾਲ ਵਧੀ ਜਾਣਾ 4-5 ਬਿਲਕੁਲ। 4-5 ਕਰਕੇ ਹਰ ਸਾਲ ਇਹਨਾਂ ਨੇ ਵਧੀ ਐਕਸਪੋਨੈਂਸ਼ੀਅਲੀ ਆ ਜਾਣਾ ਕੰਮ। ਤੇ ਸਪਰੈਡ ਹੁੰਦਾ ਜਾਣਾ। ਹੂੰ। ਸੋ ਜੇ ਤੁਹਾਡੇ ਗੋਫਰ ਦੀ ਪ੍ਰੋਬਲਮ ਹੈ ਤਾਂ ਪਹਿਲੀ ਗੱਲ, ਹਾਲਾਂਕਿ ਮੈਂ ਕਵਰ ਕ੍ਰੌਪ ਬੀਜਣ ਨੂੰ ਕਹਿਣਾ ਆ, ਜੇ ਤੁਹਾਡੇ ਗੋਫਰ ਦੀ ਪ੍ਰੋਬਲਮ ਹੈ ਤਾਂ ਕਵਰ ਕ੍ਰੌਪ ਨਾ ਬੀਜਿਓ। ਪਹਿਲਾਂ ਗੋਫਰ ਦੀ ਟੇਕ ਕੇਅਰ ਕਰੋ, ਫਿਰ ਕਵਰ ਕ੍ਰੌਪ ਵਾਲੇ ਪਾਸੇ ਆਇਓ। ਜੇ ਤੁਸੀਂ ਗੋਫਰ ਦੀ ਪ੍ਰੋਬਲਮ ਹੈਗੀ ਹੈ ਤਾਂ ਫਿਰ ਤੁਸੀਂ ਉੱਤੇ ਕਵਰ ਕ੍ਰੌਪ ਲਾ ਦਿੰਦੇ, ਤੁਹਾਨੂੰ ਦੋਨੇ ਚੀਜ਼ਾਂ ਨਹੀਂ ਸਮਝ ਆਣੀਆਂ। ਪਹਿਲਾਂ ਇੱਕ ਚੀਜ਼ ਦਾ ਕੰਟਰੋਲ। ਠੀਕ ਹੈ। ਸੋ ਗੋਫਰਸ ਵਾਸਤੇ ਮੋਨੀਟਰਿੰਗ ਜਿਹੜੀ ਸਭ ਤੋਂ ਜ਼ਿਆਦਾ ਉਹ ਜ਼ਰੂਰੀ ਹੈ। ਹੂੰ। ਜਿੱਥੇ ਤਾਜ਼ੀ ਮਿੱਟੀ ਪੁੱਟੀ ਹੈ, ਕਿਉਂਕਿ ਇਹ ਕਿਤੇ ਹੋਰ ਆਉਂਦੇ ਆ, ਜੇ ਤੁਹਾਡੇ ਆਪਣੇ ਨਹੀਂ ਹੈਗੇ, ਤੁਹਾਡੇ ਗੁਆਂਢੀ ਦੇ ਔਰਚਰਡ 'ਚ ਹੈਗੇ ਆ ਗੋਫਰਸ, ਉੱਥੋਂ ਆਉਣਗੇ ਤੇ ਰਾਤ ਨੂੰ ਨਿਕਲਦੇ ਆ, ਦਿਨੇ ਇਹ ਬਰੋ ਕਰਦੇ ਆ, ਅੰਦਰ ਰੋਡਾਂ ਪੁੱਟਦੇ ਆ, ਟਨਲਸ ਬਣਾਉਂਦੇ ਆ। ਸੋ ਟਨਲ ਦੇ ਵਿੱਚ ਤੁਸੀਂ ਬਲੱਡ ਕੋਆਗੂਲੈਂਟ ਜਿਹੜੀਆਂ ਦਵਾਈਆਂ ਆ, ਜਾਂ ਐਲੂਮੀਨੀਅਮ ਫਾਸਫਾਈਡ ਆ, ਜਾਂ ਜ਼ਿੰਕ ਫਾਸਫੇਟ ਆ, ਜਾਂ ਸਮੋਕ ਮਸ਼ੀਨਸ ਵੀ ਹੈਗੀਆਂ ਨੇ। ਸੋ ਇਹ ਸਾਰੀਆਂ ਚੋਂ ਕੋਈ ਵੀ ਟਰੈਪ, ਸਭ ਤੋਂ ਵਧੀਆ ਤਾਂ ਟਰੈਪ ਆ। ਜੇ ਛੋਟਾ ਆ, ਥੋੜੇ ਏਰੀਏ 'ਚ ਤੁਹਾਡੇ ਪ੍ਰੋਬਲਮ ਆ, ਨਵੀਂ ਆ ਪ੍ਰੋਬਲਮ, ਤੇ ਕਿਸੇ ਵੀ ਗੋਫਰ ਹੌਕ ਜਾਂ ਇਦਾਂ ਦਾ ਕੋਈ ਟਰੈਪ ਜਿਹੜਾ ਆ ਕੇ ਨਹੀਂ ਉਹ ਵਰਤ ਲਓ, ਉਹਨੂੰ ਕਾਬੂ ਕਰ ਲੈਂਦਾ ਤੇ ਉਹਨੂੰ ਕਈ ਮਾਰ ਵੀ ਉਹਨੂੰ ਮਾਰ ਦਿੰਦੇ, ਉਹਦੀ ਧੌਣ ਘੁੱਟੀ ਜਾਂਦੀ ਉਹ 'ਚ। ਠੀਕ ਹੈ। ਜੇ ਸਹੀ ਤਰੀਕੇ ਨਾਲ ਲੱਗਾ ਹੋਇਆ। ਹਾਂਜੀ, ਤੇ ਉਹ ਟਰੈਪ ਤਾਂ ਤੁਸੀਂ ਇੱਕ ਵਾਰੀ ਖਰਚਾ ਕਰਨਾ ਤੇ ਸ਼ੁਰੂ 'ਚ ਖਰਚਾ ਵੱਧਦਾ, ਬਟ ਓਵਰ ਟਾਈਮ ਉਹਦੀ ਕਾਸਟ ਜਦੋਂ ਵੀ ਕਿਤੇ ਪ੍ਰੋਬਲਮ ਆਉਂਦੀ ਫਿਰ ਤੁਸੀਂ ਵਰਤ ਸਕਦੇ ਹੋ। ਉਦੋਂ ਵਰਤ ਸਕਦੇ ਜਾਂ ਲਗਾਤਾਰ ਵਰਤਦੇ ਰਹੋ, ਇਹਨੂੰ ਮੋਨੀਟਰ ਆਉਣਾ ਹੀ ਆਉਣਾ ਹੈ ਇਹ ਤਾਂ। ਹਾਂਜੀ, ਤੇ ਵਾਈਲਡ ਲਾਈਫ ਆਏ ਤਾਂ। ਹਾਂਜੀ, ਮੋਨੀਟਰ ਕਰਦੇ ਰਹੋ। ਜੇ ਤੁਹਾਡੇ ਆਂਢੀ ਗੁਆਂਢੀ ਇਸ ਚੀਜ਼ 'ਚ ਨਹੀਂ ਕਰ ਰਹੇ ਤੇ ਫਿਰ ਤੇ ਤੁਹਾਨੂੰ ਸਗੋਂ ਜ਼ਿਆਦਾ ਪ੍ਰੋਬਲਮ ਹੋਣੀ ਹੈ। ਪਰ ਜੇ ਤੁਸੀਂ ਰਲ ਕੇ ਲਾਰਜਰ ਸਕੇਲ ਤੇ ਇਸ ਚੀਜ਼ ਦਾ ਕਰ ਸਕਦੇ ਜੇ ਐਫਰਟ, ਤੇ ਕਰੋ ਗੋਫਰ ਕੰਟਰੋਲ ਦਾ ਵੀ ਤੇ ਨੇਵਲ ਔਰੇਂਜ ਵਰਮ ਦੀ ਸੈਨੀਟੇਸ਼ਨ ਦਾ ਵੀ। ਜਿੰਨਾ ਵੱਡਾ ਬਲਾਕ ਹੋਊਗਾ ਉਹਨਾਂ ਉਸ ਚੀਜ਼ ਦਾ ਫਾਇਦਾ। ਜੇ ਵਿੱਚ ਇੱਕ ਵੀ 40 ਏਕੜ ਦਾ 20 ਏਕੜ ਦਾ ਬਲਾਕ ਜਿਹਨੇ ਨਹੀਂ ਕੀਤਾ, ਉਹ ਬਰੀਡਿੰਗ ਗਰਾਊਂਡ ਬਣ ਜਾਣਾ, ਹੌਟ ਬੈਡ ਬਣ ਜਾਣਾ, ਉੱਥੋਂ ਬਾਕੀ ਸਾਰੇ ਥਾਵਾਂ ਤੇ ਖਿਲਰੀ ਜਾਣਾ ਉਹ 'ਚੋਂ। ਫਿਰ ਤੁਹਾਡੀ ਜਿਹੜੀ IPM ਅਪਰੋਚਸ ਆ ਨਾ ਜਿਹੜੀਆਂ, ਜਾਂ ਸੈਨੀਟੇਸ਼ਨ ਆ ਜਾਂ ਕਲਚਰਲ ਪ੍ਰੈਕਟਿਸਿਸ ਆ, ਉਹ ਫੇਲ ਹੁੰਦੀਆਂ ਜਾਪਣਗੀਆਂ ਜੇ ਤੁਸੀਂ ਕਲੈਕਟਿਵਲੀ ਨਾਲ ਦੇ ਗਰੋਵਰਸ ਨੂੰ ਨਾਲ ਲੈ ਕੇ ਨਹੀਂ ਕਰਦੇ। ਸੋ ਸਾਰਿਆਂ ਨਾਲ ਮਿਲ ਕੇ ਜਿਹੜਾ ਉਹ, ਕਿਉਂਕਿ ਉਹ ਪ੍ਰੋਬਲਮ ਇੱਕ ਲਈ ਨਹੀਂ ਹੈ, ਸਾਰਿਆਂ ਲਈ ਹੈ। ਕਿਹੜਾ ਕੰਧਾ ਕੱਢੀ, ਤੇ ਖਰਚਾ ਸਾਰਿਆਂ ਦਾ ਹੀ ਵਧਣਾ। ਹਾਂਜੀ, ਤੇ ਨੁਕਸਾਨ ਵੀ ਸਾਰਿਆਂ ਦਾ ਹੀ ਹੋਣਾ। ਜੇ ਠੀਕ ਹੋਊਗਾ ਸਾਰਿਆਂ ਦਾ ਵਧੀਆ ਹੋਊਗਾ। ਤੇ ਓਵਰ ਟਾਈਮ ਜੇ ਇਹੋ ਜਿਹੀਆਂ ਤੁਸੀਂ ਸੈਨੀਟੇਸ਼ਨ ਜਾਂ ਕਲਚਰਲ ਅਪਰੋਚਸ ਤੁਸੀਂ ਫੋਲੋ ਕਰਨ ਲੱਗ ਜਾਂਦੇ ਤਾਂ ਓਵਰ ਟਾਈਮ ਤੁਹਾਡਾ ਖਰਚਾ ਘਟਦਾ ਤੇ ਕੁਆਲਿਟੀ ਵੀ ਵੱਧਦੀ ਆ ਤੇ ਯੀਲਡ ਵੀ ਜਿਹੜੀਆਂ ਉਹ ਮੇਨਟੇਨ ਰਹਿੰਦੀਆਂ। ਨਹੀਂ, ਬਿਲਕੁਲ। ਸੋ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹਦਾ ਧਿਆਨ ਰੱਖਣਾ ਚਾਹੀਦਾ। ਜਿਹਦੇ ਕੋਲ ਆਪਣਾ ਇਕਵਿਪਮੈਂਟ ਆ ਉਹ ਕਰੇ। ਪਿਛਲੇ ਦੀ ਤਾਂ ਸਾਹ ਨਹੀਂ ਸੀ ਮਿਲ ਰਿਹਾ, ਇਕਵਿਪਮੈਂਟ ਜਿਹੜਾ ਉਹ ਲੈ ਕੇ ਜਾਣ ਦਾ। ਹੁਣ ਐਟਲੀਸਟ ਹਫ਼ਤੇ ਬਾਅਦ ਜੇ ਮੀਂਹ ਆ ਵੀ ਰਿਹਾ ਆ, ਤੁਹਾਡੇ ਕੋਲ ਵਕਤ ਹੈਗਾ ਆ, ਭਾਰੀ ਮਸ਼ੀਨਰੀ ਵੀ ਤੁਸੀਂ ਲੈ ਕੇ ਜਾ ਸਕਦੇ ਆ। ਸੈਨੀਟੇਸ਼ਨ ਦਾ ਕੰਮ ਤਾਂ ਇਸ ਟਾਈਮ ਬਹੁਤ ਜ਼ਰੂਰੀ ਆ, ਜਿਸ ਤਰੀਕੇ ਦੇ ਨਾਲ ਨੇਵਲ ਔਰੇਂਜ ਵਰਮ ਦੀ ਜਿਹੜੀ ਉਹ ਆਈ ਆ। ਬਾਕੀ ਆਪਾਂ ਕੁਐਸਚਨ ਮੈਂ ਪਹਿਲਾਂ ਡਾਕਟਰ ਸਾਹਿਬ ਗੱਲ ਕੀਤੀ ਸੀ, ਕੋਈ ਇੱਕ ਡਿਫਰੈਂਟ ਫਲਾਈ ਜੀ ਕੁਈਨਜ਼ਲੈਂਡ ਵਾਲੀ ਜਿਹੜੀ ਉਹ ਆਈ ਸੀ, ਉਹਦਾ ਕੁਆਰੰਟੀਨ ਹੈ ਜੀ ਉੱਦਾਂ ਹੀ ਚੱਲ ਰਿਹਾ, ਕੰਟਰੋਲ 'ਚ ਆ ਗਈ ਹੈ? ਕੀ ਅਪਡੇਟ ਆ ਉਸ ਦੇ ਉੱਤੇ? ਉਹ ਮੇਰੇ ਖਿਆਲ ਨਾਲ ਅਜੇ ਵੀ ਅੰਡਰ ਕੁਆਰੰਟੀਨ ਹੀ ਹੈ ਉਹ ਏਰੀਆ, ਕਿਉਂਕਿ ਕੁਆਰੰਟੀਨ ਐਡੀ ਛੇਤੀ ਲਿਫਟ ਨਹੀਂ ਹੁੰਦੇ ਜਦ ਤੱਕ ਪੋਪੂਲੇਸ਼ਨ ਉਹਨਾਂ ਦੀ ਖਤਮ ਨਾ ਹੋ ਜਾਏ। ਮੈਟਰ ਆਫ ਫੈਕਟ ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਫਰੂਟ ਵੀ ਜਿਹੜਾ ਕਿ ਨਹੀਂ ਵਾਈਲਡ 'ਚ ਇੱਦਾਂ ਉਹਨੂੰ ਵੀ ਡਿਸਟਰੋਏ ਕਰ ਰਹੇ ਤਾਂ ਕਿ ਫਰੂਟ ਫਲਾਈ ਜਿਹੜੀ ਉਹਦੀ ਬਰੀਡਿੰਗ ਗਰਾਊਂਡ ਉਹਦੇ ਨਾ ਬਣੇ ਹੋ ਜਾਵੇ। ਠੀਕ ਹੈ, ਉਹਦੇ ਫੂਡ ਸੋਰਸ ਜਿਹੜੇ ਆ ਉਹ ਖਤਮ ਕੀਤੇ ਜਾਣ। ਕਾਫੀ ਔਖੇ ਤੇ ਸਖਤ ਸਟੈਪ ਚੱਕਣੇ ਪੈਂਦੇ ਆ। ਦੇਖੋ ਜੀ, ਜੇ 100 ਏਕੜ 'ਚ ਤੁਹਾਨੂੰ ਪ੍ਰੋਬਲਮ ਆ ਤੇ ਉਹ 100 ਏਕੜ ਦੇ ਉੱਤੇ ਐਫਰਟ ਕਰਕੇ ਉਹਨੂੰ ਕੰਟਰੋਲ ਕਰ ਲਓ, ਕੰਟੇਨ ਕਰ ਲਓ। ਜਦੋਂ ਮਿਲੀਅਨਸ ਆਫ ਏਕੜ 'ਚ ਪ੍ਰੋਬਲਮ ਗਈ ਤੇ ਫਿਰ ਤੁਸੀਂ ਇਹ ਵੇਖੋ ਵੀ ਉਹਦਾ ਇੰਪੈਕਟ ਕਿੰਨਾ ਹੋਊਗਾ, ਤੇ ਖਰਚਾ ਤੇ ਫਿਰ ਵੀ ਕਰਨਾ ਹੀ ਪੈਣਾ, ਫਿਰ ਸਾਰਿਆਂ ਨੂੰ ਹੀ ਕਰਨਾ ਪੈਣਾ। ਹੁਣ ਮੌਕੇ ਦੇ ਉੱਤੇ ਜਿਹੜਾ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਿਹੜੀਆਂ ਉਹ ਜਾ ਸਕਦੀਆਂ। ਇਹ ਜਿਹੜਾ ਨੇਵਲ ਔਰੇਂਜ ਵਰਮ ਆ ਡਾਕਟਰ ਸਾਹਿਬ, ਇਹ ਕੱਲਾ ਐਲਮੰਡ ਆ ਜਾਂ ਤਕਰੀਬਨ ਹਰ ਇੱਕ ਜਿਹੜੇ ਟਰੀ ਕ੍ਰੌਪ ਆ ਉਹਨੂੰ ਇਹ ਇਫੈਕਟ ਕਰਦਾ? ਇਹ ਮਲਟੀਪਲ ਟਰੀ ਕ੍ਰੌਪਸ ਨੂੰ ਇਫੈਕਟ ਕਰਦਾ। ਐਜ਼ ਅ ਮੈਟਰ ਆਫ ਫੈਕਟ ਇਹਦਾ ਨਾਂ ਹੀ ਹੈ ਜਿਹੜਾ ਔਰੇਂਜ ਵਰਮ, ਇਹ ਸੰਤਰਿਆਂ ਤੋਂ ਨੇਵਲ ਔਰੇਂਜਸ ਸਭ ਤੋਂ ਪਹਿਲਾਂ ਡਿਟੈਕਟ ਹੋਇਆ ਸੀਗਾ। ਸੋ ਪੋਲੀਫੇਗਸ ਹੈ, ਮਲਟੀਪਲ ਸਪੀਸ਼ੀਜ਼ ਦੇ ਉੱਤੇ ਜਿਹੜਾ ਇਹਦਾ ਅਸਰ ਆ ਉਹਨਾਂ ਨੂੰ ਨੁਕਸਾਨ ਕਰਦਾ। ਸੋ ਜੇ ਤੁਹਾਡੇ ਛੋਟੇ ਔਰਚਰਡ ਆ ਵੱਖਰੀਆਂ ਸਪੀਸ਼ੀਜ਼ ਦੇ, ਸੋ ਇੱਕ ਚੋਂ ਤੁਸੀਂ ਮੁਕਾਇਆ ਤੇ ਦੂਜੇ ਜਿਹਨੂੰ ਬਰੀਡਿੰਗ ਗਰਾਊਂਡ ਮਿਲ ਜਾਣੀ ਹੈ, ਹਾਈਡਿੰਗ ਗਰਾਊਂਡ ਮਿਲ ਜਾਣੀ। ਸੋ ਉਸ ਚੀਜ਼ ਕਰਕੇ ਤੁਹਾਨੂੰ ਇਹ ਐਫਰਟ ਜਿਹੜੇ ਆ ਉਹ ਸਾਰੇ ਏਰੀਏ ਦੇ ਉੱਤੇ, ਇਕੱਲਾ ਬਦਾਮਾਂ ਵਾਲੇ ਨਹੀਂ ਸਾਰੇ ਹੀ ਕਰਨ।
ਜਿੱਦਾਂ ਚੂਹੇ ਆ, ਚੂਹਿਆਂ ਦਾ ਕੰਟਰੋਲ ਜੇ ਮੰਨ ਲਓ ਇੱਕ ਜ਼ਿਮੀਂਦਾਰ ਨੇ ਕੀਤਾ, ਨਾਲ ਦੇ ਨੇ ਨਹੀਂ ਕੀਤਾ, ਤੇ ਉਹ ਕੋਈ ਫਾਇਦਾ ਨਹੀਂ ਹੋਣਾ। ਉਧਰੋਂ ਜਿੱਧਰੋਂ ਬਰੀਡਿੰਗ ਗਰਾਊਂਡ ਹੈ ਉਧਰ ਨੂੰ ਦੂਜੇ ਪਾਸੇ ਵੀ ਆਈ ਜਾਣੇ ਆ, ਤੇ ਫਸਲ ਜਿਹੜੀ ਮਰਜ਼ੀ ਹੋਵੇ। ਸੋ ਪੈਸਟ ਮੈਨੇਜਮੈਂਟ ਦੇ ਵਿੱਚ ਸੈਨੀਟੇਸ਼ਨ ਜਿਹੜੀ ਆ ਨਾ, ਇਹ ਇੱਕ ਮੇਨ ਪਿਲਰ ਆ ਵੀ ਤੁਸੀਂ ਸਫਾਈ ਕਰਕੇ ਜਿੰਨੀ ਕੁ ਵੀ ਉਹਦੀ ਪਾਪੂਲੇਸ਼ਨ ਐਗਜ਼ਿਸਟਿੰਗ ਆ ਉਹਨੂੰ ਘੱਟ ਕਰੋ ਜਾਂ ਖਤਮ ਕਰ ਸਕੋ, ਜਾਂ ਜੇ ਖਤਮ ਵੀ ਨਹੀਂ ਕਰ ਸਕਦੇ ਜਿੰਨੀ ਘਟਾ ਸਕਦੇ ਜੀ ਉਨੀ ਘਟਾਓ, ਤਾਂ ਕਿ ਉਸ ਪਾਪੂਲੇਸ਼ਨ ਦਾ ਸਾਈਜ਼ ਇੰਨਾ ਨਾ ਹੋਵੇ ਕਿ ਤੁਹਾਡੀ ਜਿਹੜੀ ਯੀਲਡ ਆ ਉਹਦੇ ਉੱਤੇ ਜ਼ਿਆਦਾ ਨੁਕਸਾਨ ਹੋਵੇ। ਉਹ ਜਿੰਨੀ ਛੋਟੀ ਪਾਪੂਲੇਸ਼ਨ ਤੋਂ ਸ਼ੁਰੂ ਹੋਊਗਾ ਤੁਹਾਡੇ ਵਾਸਤੇ ਮੁੜ ਕੇ ਉਹਨੂੰ ਕੰਟਰੋਲ ਕਰਨਾ ਵੀ ਸੌਖਾ ਹੋਊਗਾ। ਉਹਨਾਂ ਤੁਹਾਡੇ ਲਈ ਜਿਹੜਾ ਉਹ ਫਿਰ ਉਹ ਭਾਵੇਂ ਤੁਸੀਂ ਇਨਸੈਕਟੀਸਾਈਡ ਸਪਰੇਜ਼ ਦੀ ਗੱਲ ਕਰਦੇ ਜੇ, ਭਾਵੇਂ ਤੁਸੀਂ ਮੇਟਿੰਗ ਡਿਸਟਰਪਸ਼ਨ ਦੀ ਗੱਲ ਕਰਦੇ ਜੇ, ਭਾਵੇਂ ਫੇਰੋਮੋਨ ਟ੍ਰੈਪਸ ਦੀ ਗੱਲ ਹੋ ਰਹੀ ਆ, ਭਾਵੇਂ ਐਗ ਟ੍ਰੈਪਸ ਦੀ ਗੱਲ ਹੋ ਰਹੀ ਆ, ਜੇ 100 ਫਲਾਈਜ਼ ਨੇ ਵਰਸਸ 50,000 ਫਲਾਈਜ਼ ਨੇ, ਉੱਥੇ ਤੁਸੀਂ ਜੋ ਮਰਜ਼ੀ ਕਰੀ ਜਾਓ 50,000 ਦੇ ਉੱਤੇ, ਕਿੰਨਾ ਕੁ ਉਹਦਾ ਇਫੈਕਟ ਹੋਣਾ ਆ। ਵਰਸਸ ਜੇ 100 ਆ ਤੇ ਜੋ ਚੋਂ ਬਚਣ ਵੀ ਥੋੜੀਆਂ ਜਿਹੀਆਂ ਨੇ ਬਚ ਵੀ ਗਈਆਂ ਤੇ ਉਹਨਾਂ ਦਾ ਨੁਕਸਾਨ ਇੰਨਾ ਜ਼ਿਆਦਾ ਨਹੀਂ ਹੋਣਾ। ਸੋ ਹਰ ਸਾਲ ਜੇ ਤੁਸੀਂ ਕਰਦੇ ਰਹੋ ਤੇ ਪਾਪੂਲੇਸ਼ਨ ਜਿਹੜੀਆਂ ਆ ਲੋ ਲੈਵਲ ਤੇ ਸਟੇਬਲਾਈਜ਼ ਹੋ ਜਾਣਗੀਆਂ। ਜੀ ਬਿਲਕੁਲ। ਸੋ ਇਸ ਮੌਕੇ ਜਿੰਨੇ ਵੀ ਕਹਿ ਲਓ ਵੀ ਜਿਹੜੇ ਜ਼ਿਮੀਂਦਾਰ ਆ ਉਹ ਸੈਨੀਟੇਸ਼ਨ ਦੇ ਉੱਤੇ ਤੇ ਜਿਹੜੇ ਪੈਸਟ ਕੰਟਰੋਲ ਦੇ ਉੱਤੇ ਜਿਹੜਾ ਉਹ ਉਹਨਾਂ ਨੂੰ ਫੋਕਸ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਇਸ ਤੋਂ ਇਲਾਵਾ ਡਾਕਟਰ ਸਾਹਿਬ ਹੋਰ ਕਿਹੜੀਆਂ ਚੀਜ਼ਾਂ ਦੇ ਲਈ ਤਿਆਰੀ ਸ਼ੁਰੂ ਕਰ ਲੈਣ, ਜਾਂ ਜਿਹੜੀਆਂ ਕਰ ਲੈਣੀਆਂ ਚਾਹੀਦੀਆਂ ਸੀ ਜਾਂ ਮਿਸ ਹੋਈਆਂ, ਤੇ ਕਿਹੜੀਆਂ? ਨਹੀਂ ਮੈਂ ਜਿਹਨੂੰ ਕਹਿੰਦੇ ਵੇਲਾ ਰਹਿੰਦਾ ਹੀ ਦੱਸ ਰਿਹਾ ਸਾਰੀਆਂ ਚੀਜ਼ਾਂ। ਜੀ ਬਿਲਕੁਲ ਵੀ ਇੱਕ ਤਾਂ ਨਿਊਟਰੀਐਂਟ ਮੈਨੇਜਮੈਂਟ ਬਾਰੇ ਮੈਂ ਥੋੜਾ ਦੱਸੂਗਾ ਵੀ ਆਪਣਾ ਪਿਛਲੇ ਸਾਲ ਜੋ ਤੁਹਾਡੀ ਯੀਲਡ ਸੀਗੀ ਉਹਦੇ ਹਿਸਾਬ ਨਾਲ ਤੁਸੀਂ ਇਹ ਵੇਖੋ ਵੀ ਜੇ ਤੁਹਾਡੀ ਯੀਲਡ ਆਈ ਆ, ਕੈਲਕੂਲੇਟਰ ਇਦਾਂ ਦੇ ਆਨਲਾਈਨ ਅਵੇਲੇਬਲ ਆ ਵੀ ਜੇ 2000 ਪਾਉਂਡ ਨਿਕਲੇ ਜਾਂ 2500 ਪਾਉਂਡ ਨਿਕਲੇ ਆ ਤੇ ਕਿੰਨੀ NPK ਬੋਰੋਨ ਵਿੱਚੋਂ ਗਈ, ਠੀਕ ਹੈ, ਨਿਕਲੀ, ਕਿਉਂਕਿ ਉਹਦੀ ਪਰਸੈਂਟੇਜ ਆ ਜਿੰਨੇ ਤੁਸੀਂ ਪਾਈ, ਜਿਹੜਾ ਤੁਸੀਂ ਪ੍ਰੋਡਕਟ ਖੇਤ ਚੋਂ ਕੱਢ ਲਿਆ ਉਨੀ ਤਾਂ ਨਿਕਲ ਗਈ ਨਾ ਖੇਤ ਚੋਂ ਬਾਹਰ, ਬਾਕੀ ਬੂਟੇ 'ਚ ਰਹਿ ਗਈ। ਸੋ ਜਾਂ ਮਿੱਟੀ 'ਚ ਰਹਿ ਗਈ, ਤੇ ਰਿਕਮੈਂਡਡ ਜਿੰਨੀ ਆ 220 ਪਾਉਂਡ ਆ ਜਾਂ 180 ਪਾਉਂਡ ਆ ਪੋਟਾਸੀਅਮ ਦੇ ਕੇਸ ਦੇ ਵਿੱਚ ਜਿਵੇਂ ਵੀ ਆ, ਜਾਂ 220 ਪਾਉਂਡ ਨਾਈਟ੍ਰੋਜਨ ਆ, ਉਹ ਕਿੱਦਾਂ ਪਾਉਣੀ ਆ ਤੇ ਕਿਵੇਂ ਪਾਉਣੀ ਹੈ, ਬਜਟ ਜਾਂ ਪਲਾਨ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ। ਮਟੀਰੀਅਲ ਕਿਹੜਾ ਵਰਤਣਾ, ਤੇ ਕਨਵੇਅੰਸ ਡਿਲੀਵਰੀ ਕਿੱਦਾਂ ਕਰਨੀ ਆ, ਤੇ ਟਾਈਮਿੰਗ ਕਿਵੇਂ ਕਰਨੀ ਹੈ। ਸੋ ਨਾਈਟ੍ਰੋਜਨ ਕਦੇ ਵੀ ਇਕੱਠੀ ਨਹੀਂ ਪਾਉਣੀ ਚਾਹੀਦੀ, ਹਮੇਸ਼ਾ ਸਪਲਿਟ ਕਰਕੇ ਪਾਉਣੀ ਚਾਹੀਦੀ ਹੈ। ਪੋਟਾਸੀਅਮ ਜਿਹੜੀ ਉਹ ਇਕੱਠੀ ਪਾਈ ਜਾ ਸਕਦੀ ਹੈ। ਠੀਕ ਹੈ। ਜੇ ਆਮੰਡ ਸ਼ੈਲ ਮਿਲ ਜਾਂਦੇ ਆ ਤੇ ਸਸਤੇ ਪੈਂਦੇ ਆ, ਤੇ ਉਹ ਵੀ ਦੇ ਆਮੰਡ ਰੋ ਦੇ ਨਾਲ ਬੈਂਡ ਕਰ ਸਕਦੇ ਆ। ਪੋਟਾਸੀਅਮ ਦਾ ਸੋਰਸ ਵੀ ਉਹ ਚੰਗਾ ਆ। ਠੀਕ ਹੈ। ਸੋ ਖੇਤ ਖੂਹ ਦੀ ਮਿੱਟੀ ਖੂਹ ਵਾਲੀ ਗੱਲ ਹੀ ਆ। ਹਾਂਜੀ ਬਿਲਕੁਲ। ਉਦਾਂ ਵੀ ਤਾਂ ਕਿਤੇ ਨਾ ਕਿਤੇ ਵੇਸਟ ਹੋਣਾ। ਜੇ ਤੁਹਾਨੂੰ ਮਿਲ ਜਾਂਦੇ ਆ ਆਮੰਡ ਸ਼ੈਲਸ, ਤੇ ਉਹਨਾਂ ਨੂੰ ਵੀ ਜੇ ਬਰੀਕ ਕਰ ਸਕਦੇ, ਜਾਂ ਜਿੱਦਾਂ ਦਾ ਵੀ ਹੈਗਾ ਮਟੀਰੀਅਲ ਤੁਹਾਨੂੰ ਮਿਲ ਜੂ। ਜੇ ਮੋਟਾ ਹੋ ਥੋੜਾ ਟਾਈਮ ਲਾਊਗਾ ਗਲ ਨੂੰ ਡੀਕੰਪੋਜ਼ ਹੋ ਕੇ, ਪਰ ਫਿਰ ਵੀ ਉਹ ਮਿਨਰਲਸ ਜਿਹੜੇ ਆ ਉਹਦੇ ਰਿਲੀਜ਼ ਹੋ ਜਾਣਗੇ। ਦੂਜਾ ਡੋਰਮੈਂਸੀ ਸਟੇਜ ਤੇ ਸਕਾਊਟਿੰਗ ਕਰੋ। 1-2 ਫਲਾਈਜ਼ ਨੇ ਜਾਂ ਸਕੇਲ ਆ, ਉਹਨਾਂ ਵਾਸਤੇ ਜਿਹੜੇ ਇਨਸੈਕਟ ਨੇ ਸਕਾਊਟਿੰਗ ਕਰਕੇ, ਤੇ ਜੇ ਲੋੜ ਜਾਪਦੀ ਆ ਤੇ ਉਹਨਾਂ ਵਾਸਤੇ IPM ਅਪਰੋਚਸ ਜਿਹੜੀਆਂ ਉਹ ਫੋਲੋ ਹੋਣੀਆਂ ਚਾਹੀਦੀਆਂ। ਦੂਜਾ ਬੋਰੋਨ ਸਪਰੇ ਜੇ ਅੱਗੇ ਅਕਤੂਬਰ 'ਚ ਨਹੀਂ ਕੀਤੀ ਤੇ ਉਹਦੇ ਵਾਸਤੇ ਵੀ ਟਾਈਮ ਬਹੁਤ ਢੁਕਵਾਂ ਹੁੰਦਾ ਹੈ, ਪਿੰਕ ਬਰਡ ਤੱਕ। ਠੀਕ ਹੈ। ਉਹ ਕਿਹੜੇ ਮਹੀਨਾ ਜਿਹੜਾ ਹੁੰਦਾ ਰਾਈਟ ਨਾਓ? ਡੋਰਮੈਂਸੀ ਸਟੇਜ। ਹਾਂਜੀ, ਬਲੂਮ ਤੋਂ ਪਹਿਲਾਂ ਕਿਉਂਕਿ ਬੋਰਨ ਜਿਹੜਾ ਆ, ਬੋਰਨ ਤੇ ਕੈਲਸ਼ੀਅਮ, ਇਹ 2 ਨਿਊਟਰੀਐਂਟ ਇਦਾਂ ਦੇ ਨੇ ਜੇ ਅਦਰਵਾਈਜ਼ ਤੁਹਾਡੇ ਡੈਫੀਸ਼ੀਐਂਸੀ ਹੈ, ਜੇ ਟੌਕਸਿਸਿਟੀ ਆ ਬੋਰਨ ਦੀ, ਫਿਰ ਤੁਹਾਨੂੰ ਇਸ ਚੀਜ਼ ਦੀ ਲੋੜ ਨਹੀਂ ਕਰਨੀ। ਫਿਰ ਨਹੀਂ। ਪਰ ਜੇ ਤੁਹਾਡੇ ਫੀਲਡਸ ਦੇ ਵਿੱਚ ਬੋਰਨ ਲੈਵਲ ਨਾਰਮਲ ਨੇ ਮਿੱਟੀ ਦੇ ਵਿੱਚ, ਜਾਂ ਤੁਹਾਨੂੰ ਬੋਰਨ ਡੈਫੀਸ਼ੀਐਂਸੀ ਕਰਕੇ ਪਹਿਲਾਂ ਪ੍ਰੋਬਲਮ ਆਈ ਆ, ਬੋਰਨ ਇੱਕ ਐਸਾ ਨਿਊਟਰੀਐਂਟ ਆ ਕਿ ਇਹ ਟਾਈਮ ਸਪੈਸੀਫਿਕ ਆ। ਅੱਛਾ। ਇਹ ਜਦੋਂ ਬਲੂਮ ਹੋ ਰਿਹਾ ਹੁੰਦਾ ਕਿ ਨਹੀਂ, ਉਦੋਂ ਫੁੱਲ ਲੈਵਲ ਚਾਹੀਦਾ, ਉਦੋਂ ਹੀ ਸੀਡ ਬਣਨਾ ਆ, ਉਹਦੇ ਸੈਲਸ ਦੀ ਜਿਹੜੀ ਡਿਵੀਜ਼ਨ ਹੋਣੀ ਆ ਕਿ ਨਹੀਂ, ਉਦੋਂ ਇਹ ਕ੍ਰਿਟੀਕਲ ਆ। ਜੇ ਉਦੋਂ ਡੈਫੀਸ਼ੀਐਂਸੀ ਹੋਈ ਤੇ ਸਾਰੇ ਉਹ ਜਿਹੜੇ ਆ ਨਾ ਡੈਫੀਸ਼ੀਐਂਟ ਜਿਹੜੇ ਉਹ ਅਬੋਰਟ ਹੋ ਜਾਣਗੇ, ਉਹ ਚੜ ਜਾਂਦੇ ਆ। ਠੀਕ ਹੈ। ਸੋ ਡੋਰਮੈਂਸੀ ਦੇ ਟਾਈਮ ਤੇ ਬੋਰਨ, ਤੇ ਜੇ ਤੁਸੀਂ ਕੋਈ ਫੰਜੀਸਾਈਡ ਪਾਉਣਾ ਹੀ ਆ ਤੇ ਉਹਦੇ ਨਾਲ ਟੈਂਕ ਮਿਕਸ ਕਰਨਾ ਬਹੁਤ ਸੌਖਾ। ਠੀਕ ਹੈ। 2 ਪਾਉਂਡ ਸੋਲੂਬੋਰ ਜਿਹੜਾ ਆ ਕਿ ਨਹੀਂ, 2 ਤੋਂ 4 ਪਾਉਂਡ ਇੰਨਾ ਹੁੰਦਾ, ਮੈਨੂੰ ਐਗਜ਼ੈਕਟ ਹੁਣ ਯਾਦ ਨਹੀਂ। ਠੀਕ ਹੈ। ਬਹੁਤ ਥੋੜੀ ਕੁਆਂਟੀਟੀ ਆ ਪਰ ਏਕੜ ਦੇ ਹਿਸਾਬ ਨਾਲ। ਓਕੇ। ਤੇ ਬਹੁਤਾ ਮਹਿੰਗਾ ਵੀ ਨਹੀਂਗਾ। ਸੋ ਜੇ ਤੁਸੀਂ ਡੋਰਮੈਂਸੀ ਤੇ ਕੋਈ ਵੀ ਚੀਜ਼ ਸਪਰੇ ਕਰਨੀ ਹੈ, ਪ੍ਰੋਵਾਈਡਡ ਜੇ ਉਹ ਕੈਮੀਕਲ ਦੇ ਨਾਲ ਬੋਰਨ ਕੰਪੈਟੇਬਲ ਆ, ਤੇ ਆਪਣੇ PCA ਨਾਲ ਸਲਾਹ ਕਰਕੇ ਬੋਰਨ, ਜੇ ਅੱਗੇ ਪ੍ਰੋਬਲਮ ਆਉਂਦੀ ਆ ਬੋਰਨ ਡੈਫੀਸ਼ੀਐਂਸੀ ਦੀ, ਤੇ ਉਹ ਜ਼ਰੂਰ ਪਾਓ। ਠੀਕ ਹੈ। ਤੇ ਰਾਈਟ ਨਾਓ ਪਰਫੈਕਟ ਟਾਈਮ ਆ ਬਲੂਮ ਟਾਈਮ ਤੇ। ਸੋ ਮਤਲਬ ਵੇਲਾ ਰਹਿੰਦਾ, ਮੈਂ ਦੱਸ ਰਿਹਾ ਪਲਾਨ ਕਰ ਲਓ, ਜੇ ਤੁਹਾਡੇ ਕੋਲ ਟਾਈਮ ਹੈਗਾ ਪਲਾਨ ਕਰਨ ਦਾ। ਟੈਂਕ ਟੂੰਕ ਮਿਕਸ ਕਰਕੇ ਰੱਖੋ। ਇਦਾਂ ਹੀ ਜ਼ਿੰਕ ਦਾ ਵੀ, ਜ਼ਿੰਕ ਵੀ ਜੇ ਲੋ ਰੇਟ ਤੇ ਕਰ ਲਓ ਤੇ ਉਹ ਸੇਮ ਇਫੈਕਟ ਦਊਗਾ ਤੁਹਾਨੂੰ ਹਾਈ ਡੋਜ਼ੇਜ ਦਾ ਵੀ। ਠੀਕ ਹੈ।
ਠੀਕ ਹੈ। ਤੇ ਇੱਕ ਡੋਰਮੈਂਸੀ ਦੇ ਟਾਈਮ ਤੇ ਇੱਕ ਹੋਰ ਅਪਰੋਚ ਬਾਰੇ ਤੁਸੀਂ ਪਤਾ ਕਰ ਸਕਦੇ ਜੇ ਕਿ ਥ੍ਰੋਟਲ ਗੇਅਰ ਅਪ ਥ੍ਰੋਟਲ ਡਾਊਨ, ਓਕੇ। ਕਿਉਂਕਿ ਬੂਟਿਆਂ ਦੇ ਉੱਤੇ ਜੇ ਪੱਤੇ ਨਹੀਂ ਆਏ ਸੋ ਟਾਹਣੀਆਂ ਦੇ ਵਿੱਚੋਂ ਰੈਜ਼ਿਸਟੈਂਸ ਘੱਟ ਹੁੰਦੀ, ਸਪਰੇ ਉਦਾਂ ਬਥੇਰੀ ਦੂਰ ਚੱਲ ਜਾਂਦੀ ਆ। ਸੋ ਗੇਅਰ ਵੱਡਾ ਕਰਕੇ ਉਹਦੀ ਗਰਾਊਂਡ ਸਪੀਡ ਜਿਹੜੀ ਥੋੜੀ ਉਹ ਵਧਾ ਲਓ, ਥ੍ਰੋਟਲ ਘੱਟ ਕਰ ਲਓ ਤਾਂ ਕਿ ਇੰਜਨ ਦਾ ਜ਼ੋਰ ਜ਼ਿਆਦਾ ਨਾ ਲੱਗੇ, ਤੁਹਾਡਾ ਡੀਜ਼ਲ ਵੀ ਬਚੂਗਾ ਤੇ ਆਲਟਰਨੇਟ ਰੋਜ਼ ਵੀ ਤੁਸੀਂ ਕਰ ਸਕਦੇ ਜੇ, ਤੁਹਾਡਾ ਟਾਈਮ ਵੀ ਬਚੂਗਾ ਤੇ ਕਵਰੇਜ ਵੀ ਜਿਹੜੀ ਆ ਉਹਦਾ ਕੋਈ ਐਡਾ ਇਸ਼ੂ ਨਹੀਂ ਹੈਗਾ ਕਿਉਂਕਿ ਰੈਜ਼ਿਸਟੈਂਸ ਹੈ ਨਹੀਂ। ਸੋ ਪਰ ਸਪਰੇਅਰ ਹੈ ਜਿਹੜਾ ਉਹ ਇਸ ਹਿਸਾਬ ਨਾਲ ਹਾਇਰ ਗਰਾਊਂਡ ਸਪੀਡ ਤੇ ਲੋਅਰ ਥ੍ਰੋਟਲ ਜਾਂ ਲੋਅਰ RPM ਕਰਕੇ ਉਹਨੂੰ ਰੀਕੈਲੀਬ੍ਰੇਟ ਜ਼ਰੂਰ ਕਰੋ ਵੀ ਐਕਟਿਵ ਇਨਗਰੀਡੀਐਂਟ ਜਿਹੜਾ ਜਿੰਨਾ ਕਿੱਲੇ ਦੇ ਵਿੱਚ ਪੈਣਾ ਚਾਹੀਦਾ ਉਹ ਪਵੇ, ਪਰ ਆਪਣੇ ਟਰੈਕਟਰ ਦੀ ਜਾਂ ਸਪਰੇਅਰ ਦੀ ਸਪੀਡ ਵਧਾ ਲਓ ਤੇ ਥ੍ਰੋਟਲ ਘਟਾ ਲਓ ਤੇ ਸਪਰੇਅਰ ਕੈਲੀਬ੍ਰੇਸ਼ਨ ਐਡਜਸਟ ਕਰ ਲਓ ਤਾਂ ਕਿ ਡੀਜ਼ਲ ਤੇ ਟਾਈਮ ਦੋਨਾਂ ਦੀ ਬਚਤ ਹੋ ਜੇ ਤੇ ਜਿਹੜੀਆਂ ਵੀ ਡੋਰਮੈਂਟ ਸਪਰੇਜ਼ ਤੁਸੀਂ ਕਰਨੀਆਂ ਉਹ ਇਸ ਅਪਰੋਚ ਨਾਲ ਕਰ ਸਕਦੇ ਜੇ। ਚਲ ਮੇ ਬੀ ਇਹ ਬਹੁਤ ਨਾਈਵ ਕੁਐਸਚਨ ਹੋਊਗਾ, ਮੈਨੂੰ ਪਤਾ ਨਹੀਂ, ਜ਼ਿੰਕ ਤੇ ਬੋਰੋਨ ਇਹਨਾਂ ਦੇ ਵਿੱਚ ਕਿੰਨਾ ਫਰਕ ਹੁੰਦਾ ਜਿਹੜੀ ਇਹਨਾਂ ਦੀ ਸਪਰੇਅ ਕਰੀਦੀ ਹੈ ਜਾਂ ਜਦੋਂ ਐਪਲੀਕੇਸ਼ਨ ਕਰੀਦੀ ਆ? ਦੇਖੋ ਨਾਰਮਲੀ ਜ਼ਿੰਕ ਜਿਹੜਾ ਉਹ ਫਾਲਚ ਕਰਦੇ ਆ, ਠੀਕ ਹੈ, ਤੇ ਜੇ ਜ਼ਿਆਦਾ ਜ਼ਿੰਕ ਕਰਨਾ ਆ ਹਾਇਰ ਕੰਸੈਂਟਰੇਸ਼ਨ ਜਿਹੜੀ ਉਹ ਐਜ਼ ਅ ਡਿਫੋਲੀਐਂਟ ਵੀ ਕੰਮ ਕਰਦਾ, ਖਾਸ ਕਰਕੇ ਜਿਹੜੇ ਕਈ ਵੈਰਾਈਟੀਜ਼ ਇਦਾਂ ਦੀਆਂ ਉਹਨਾਂ ਦੇ ਪੱਤੇ ਸੌਖੇ ਨਹੀਂ ਝੜਦੇ ਤੇ ਉਦੋਂ ਉਸ ਚੀਜ਼ ਦਾ ਫਾਇਦਾ ਹੋ ਸਕਦਾ। ਪਰ ਜੇ ਜ਼ਿੰਕ ਦੀ ਡੈਫੀਸ਼ੀਐਂਸੀ ਆ ਫਿਰ ਹੀ ਇਹ ਕਰਨ ਦਾ ਫਾਇਦਾ ਆ, ਜੇ ਇਨਫ ਆ ਫਿਰ ਲੋੜ ਨਹੀਂ। ਪਰ ਇਹਨੂੰ ਜ਼ਿੰਕ ਨੂੰ ਫਾਲ ਚ ਵੀ ਕਰ ਸਕਦੇ, ਸਪ੍ਰਿੰਗ ਚ ਵੀ ਕਰ ਸਕਦੇ। ਬੋਰੋਨ ਜਿਹੜੀ ਉਹ ਸਪ੍ਰਿੰਗ ਚ ਕਰਨੀ, ਠੀਕ ਆ, ਬਲੂਮ ਤੋਂ ਪਹਿਲਾਂ। ਤੇ ਇਦਾਂ ਹੀ ਜੇ ਵਾਟਰ ਮੈਨੇਜਮੈਂਟ ਵਾਸਤੇ ਜਿਹੜਾ ਵੀ ਪ੍ਰੈਸ਼ਰ ਮੋਨੀਟਰਿੰਗ ਤੁਸੀਂ ਕਰਦੇ ਜੇ, ਕਿਉਂਕਿ ਬਹੁਤੇ ਗਰੋਅਰਸ ਜਿਹੜੇ ਆ ਜਾਂ ਜਲਦੀ ਪਾਣੀ ਲਾਉਣਾ ਸ਼ੁਰੂ ਕਰ ਦਿੰਦੇ ਆ ਮਈ ਜੂਨ ਦੇ ਵਿੱਚ ਹੀ, ਤੇ ਜਾਂ ਜਦੋਂ ਲਾਉਣਾ ਸ਼ੁਰੂ ਕਰਦੇ ਉਦੋਂ ਜ਼ਿਆਦਾ ਲਾਉਂਦੇ ਆ। ਸੋ ਜੇ ਮਿੱਟੀ 'ਚ ਜ਼ਿਆਦਾ ਸਿੱਲ ਆ, ਜੇ ਹਵਾ ਹੈ ਨਹੀਂ, ਜੇ ਸਾਰਾ ਉੱਥੇ ਸੈਚੂਰੇਟ ਹੋ ਗਈ ਆ ਸੋਇਲ, ਫਿਰ ਵੀ ਵਿਲਟਿੰਗ ਹੋ ਜਾਣੀ ਹੈ ਤੇ ਗਰੋਅਰਸ ਵਿਲਟਿੰਗ ਨੂੰ ਦੇਖ ਕੇ ਸੋਚਦੇ ਪਾਣੀ ਤਾਂ ਮੈਂ ਅੱਗੇ ਲਾਉਂਦਾ, ਫਿਰ ਵਿਲਟ ਕਰੀ ਜਾਂਦੇ, ਹੋਰ ਪਾਣੀ ਚਲਾਓ, ਉਹ ਕਾਊਂਟਰ ਇੰਟੂਟਿਵ ਹੈ। ਪਾਣੀ ਬੰਦ ਕਰੋ ਉਸ ਟਾਈਮ ਤੇ, ਜੜਾਂ ਤਾਂ ਗਿੱਲੀਆਂ ਉਹ ਡੁੱਬ ਰਹੀਆਂ, ਉਹਨਾਂ ਨੂੰ ਸਾਹ ਤੇ ਆ ਲੈਣ ਦਿਓ, ਉਹਨਾਂ ਤੇ ਗੋਤੇ ਆ ਰਹੇ ਆ, ਸੋ ਪਾਣੀ ਬੰਦ ਕਰੋ। ਸੋ ਵੈਰਾਈਟੀ ਟੂ ਵੈਰਾਈਟੀ ਵੀ ਫਰਕ ਹੁੰਦਾ ਵੀ ਕਿਹੜੀ ਵੈਰਾਈਟੀ ਕਿੰਨਾ ਪ੍ਰੈਸ਼ਰ ਜਿਹੜਾ ਆ ਕਿੰਨੀ ਔੜ ਚੱਲ ਸਕਦੀ ਆ। ਹਾਂਜੀ, ਸੋ ਜਿੱਦਾਂ ਪ੍ਰੈਸ਼ਰ ਬੌਮ ਦੇ ਨਾਲ ਜੇ ਸਟੈਮ ਵਾਟਰ ਪ੍ਰੈਸ਼ਰ ਜਿਹੜਾ ਆ ਉਹ ਮੈਜਰ ਕਰਦੇ ਜੇ ਤੇ ਮੋਨੋਰੇ ਆ ਜਿਹੜੀ ਉਹ -18 ਤੇ ਜਾ ਕੇ ਵਿਲਟ ਹੁੰਦੀ ਆ। ਓਕੇ, ਨਾਨ ਪੈਰੇਲ ਜਿਹੜੀ ਆ ਉਹ -22 ਤੇ ਵਿਲਟ ਹੋਊਗੀ। ਠੀਕ ਹੈ। ਸੋ ਨਾਰਮਲੀ ਜਿਹੜਾ ਇਰੀਗੇਸ਼ਨ ਲੈਵਲ ਆ ਉਹ -14 ਤੋਂ -18 ਤੇ ਜਾ ਕੇ ਤੁਸੀਂ ਪਾਣੀ ਲਾਉਣਾ ਸ਼ੁਰੂ ਕਰ ਸਕਦੇ ਜੇ, ਉਦੋਂ ਪਹਿਲਾਂ ਲਾਉਣ ਦੀ ਲੋੜ ਨਹੀਂ ਹੈਗੀ। ਤੇ ਜਨਰਲੀ ਇਦਾਂ ਵੀ ਪਹਿਲੀ ਸਟੇਜ ਤੇ ਜੂਨ ਦੇ ਵਿੱਚ ਥੋੜਾ ਜਿਹਾ ਸੋਕਾ ਲੱਗੇ ਨਾ, ਥੋੜਾ ਜਿਹਾ ਡਰਾਟ ਮਾਈਲਡ ਐਕਸਪੋਜ਼ਰ ਜੇ ਹੋਵੇ, ਸੋ ਜਿਹੜਾ ਵੀ ਡ੍ਰੌਪ ਹੋਣਾ ਉਦੋਂ ਹੋ ਜਾਣਾ ਤੇ ਫਿਰ ਤੁਹਾਨੂੰ ਮੁੜ ਕੇ ਪਾਣੀ ਵੀ ਤੁਹਾਡਾ ਬਚਾਅ ਹੋ ਜਾਊਗਾ ਤੇ ਝਾੜ ਵੀ ਨਹੀਂ ਘਟੂਗਾ, ਕੁਆਲਿਟੀ ਵੀ ਨਹੀਂ ਘਟੂਗੀ। ਪਰ ਜੇ ਤੁਸੀਂ ਪਹਿਲਾਂ ਖੁੱਲਾ ਪਾਣੀ ਦੇ ਕੇ ਬਾਅਦ ਚ ਪਾਣੀ ਘਟਾ ਦਿੰਦੇ, ਜੇ ਜੁਲਾਈ ਦੇ ਵਿੱਚ ਰੋਕ ਦਿੰਦੇ, ਜਦੋਂ ਕਰਨਲ ਫਿਲ ਹੋ ਰਿਹਾ ਉਦੋਂ ਸ਼੍ਰਿਵਲਡ ਕਰਨਲ ਤੁਹਾਡਾ ਜ਼ਿਆਦਾ ਹੋ ਜਾਣਾ। ਯੀਲਡ ਦੋਨਾਂ ਕੇਸਾਂ ਚ ਬਰਾਬਰ ਹੀ ਹੋਣੀ ਹੈ, ਪਰ ਤੁਹਾਡਾ ਕੁਆਲਿਟੀ ਗ੍ਰੇਡ ਜਿਹੜਾ ਆ ਉਹ ਸ਼੍ਰਿਵਲਿੰਗ ਕਰਕੇ ਥੱਲੇ ਆ ਜਾਣਾ ਜੇ ਤੁਸੀਂ ਜੁਲਾਈ ਚ ਪਾਣੀ ਜ਼ਿਆਦਾ ਘਟਾਇਆ ਤੇ ਜੇ ਜੂਨ ਚ ਜ਼ਿਆਦਾ ਦਿੱਤਾ। ਸੋ ਓਨਾ ਕੀ ਪਾਣੀ ਦਿਓ ਜਿੰਨੇ ਕੁ ਦੀ ਬੂਟੇ ਨੂੰ ਲੋੜ ਹੈਗੀ ਆ। ਸੋ ਓਵਰ ਵਾਟਰ ਨਾ ਕਰੋ, ਪਾਣੀ ਬਚਾਓ ਤੇ ਖਰਚਾ ਵੀ ਬਚਾਓ। ਬਿਲਕੁਲ, ਪਾਣੀ ਮਹਿੰਗਾ ਬਹੁਤ ਹੋਇਆ, ਪਾਣੀ ਦੀ ਲੜਾਈ ਹੈ ਜੀ ਸਾਰੀ, ਗਾਂ ਤੋਂ ਗਾਂ ਜੋ ਆਪਾਂ ਦੇਖਦੇ ਆ। ਸੋ ਇਹਦਾ ਬੜੇ ਕਾਫੀ ਸਾਰੇ ਰਿਸੋਰਸਿਸ ਹੈਗੇ ਆ। ਹਾਂਜੀ, ਤੇ ਮੈਂ ਤੇ ਇਹੋ ਰਿਕੁਐਸਟ ਕਰੂੰਗਾ ਸਾਰੇ ਗਰੋਅਰਸ ਨੂੰ ਵੀ ਆਪ ਇਨਫੋਰਮਡ ਹੋਵੋ। ਹਰ ਗਰੋਅਰ ਦਾ ਖੇਤ, ਹਰ ਗਰੋਅਰ ਦਾ ਮੈਨੇਜਮੈਂਟ ਸਟਾਈਲ, ਮਿੱਟੀ ਦੀ ਟਾਈਪ, ਵੈਰਾਈਟੀ, ਰੂਟ ਸਟਾਕ ਦਾ ਇੰਟਰੈਕਸ਼ਨ, ਉਹਦਾ ਮੈਨੇਜਮੈਂਟ ਦੇ ਨਾਲ ਇੰਟਰੈਕਸ਼ਨ, ਜਿਹੜੀ ਜਗ੍ਹਾ ਤੇ ਤੁਸੀਂ ਬੈਠੇ ਜੇ, ਪਾਣੀ ਦੀ ਕੁਆਲਿਟੀ, ਮਿੱਟੀ ਦੀ ਕੁਆਲਿਟੀ, ਸਾਰੀਆਂ ਚੀਜ਼ਾਂ ਵੇਰੀਏਬਲ ਆ। ਕੋਈ ਬੰਦਾ ਤੁਹਾਨੂੰ ਕੋਈ ਇੱਕ ਕੰਕਰੀਟ ਆਨਸਰ ਨਹੀਂ ਦੱਸ ਸਕਦਾ। ਸਹੀ ਗੱਲ। ਸੋ ਆਪ ਡਾਕਟਰ ਬਣੋ ਬੂਟਿਆਂ ਦੇ, ਆਪ ਪੜ੍ਹੋ, ਜਾਣਕਾਰੀ ਸਾਰੀ ਅਵੇਲੇਬਲ ਹੈਗੀ ਆ ਤੇ ਉਹ ਲੱਭੋ। ਜੇ ਨਹੀਂ ਲੱਭਦੀ ਫਿਰ ਪੁੱਛੋ, ਮੈਂ ਦੱਸ ਦੂੰਗਾ ਕਿੱਥੋਂ ਜਾਣਕਾਰੀ ਲੱਭ ਜੂਗੀ। ਉਹਦਾ ਕਿਹੜੇ ਰਿਸੋਰਸਸ ਆ? ਯੂਸੀ ਐਕਸਟੈਂਸ਼ਨ, ਮੇਨਲੀ ਯੂਸੀ ਤੇ ਈਵਨ ਆਲਮੰਡ ਬੋਰਡ ਦੇ ਵੀ, ਜਿਹੜੇ ਆਲਮੰਡ ਬੋਰਡ ਦੀ ਵੈਬਸਾਈਟ ਹੈ ਉਹਦੇ ਤੇ ਕਾਫੀ ਇਨਫੋਰਮੇਸ਼ਨ ਅਵੇਲੇਬਲ ਹੈ। ਯੂਸੀ ਕੋਆਪਰੇਟਿਵ ਐਕਸਟੈਂਸ਼ਨ, ਆਪਣੇ ਯੂਸੀ ਫਾਰਮ ਐਡਵਾਈਜ਼ਰਸ ਤੋਂ ਪਤਾ ਕਰ ਸਕਦੇ ਜੇ। ਤੇ ਜੇ ਇੰਗਲਿਸ਼ ਪੜ੍ਹ ਸਕਦੇ ਤਾਂ ਕਿਤੇ ਜਾਣ ਦੀ ਵੀ ਨਹੀਂ ਲੋੜ ਤੁਹਾਨੂੰ, ਆਪਣੇ ਫੋਨ ਤੇ ਕੰਪਿਊਟਰ ਤੇ ਸਾਰਾ ਕੁਛ ਯੂਸੀ ਦੇ ਜਿਹੜੇ ਆ ਨਿਊਜ਼ ਲੈਟਰਸ ਆ ਉਹ ਮਿਲ ਜਾਂਦੀਆਂ। ਜੇ ਤੁਸੀਂ ਲਾਗੇ ਜੇ ਕਿਸੇ ਐਕਸਟੈਂਸ਼ਨ ਸਟੇਸ਼ਨ ਦੇ ਜਾਂ ਰਿਸਰਚ ਸੈਂਟਰ ਦੇ ਜਾਂ ਕਾਊਂਟੀ ਦੇ,
ਤੇ ਜਿੱਥੇ ਵੀ ਕਿਤੇ ਤੁਹਾਨੂੰ ਫੀਲਡ ਡੇ ਦਾ ਪਤਾ ਲੱਗਦਾ ਆ ਜ਼ਰੂਰ ਤੇ ਉਹ ਜਾਓ। ਫੀਲਡ ਡੇ ਤੇ ਜਾਂ ਵਰਕਸ਼ਾਪਸ ਤੇ ਜ਼ਰੂਰ ਜਾਓ। ਹੂੰ, ਜੇ ਇੰਗਲਿਸ਼ ਲੈਂਗੁਏਜ ਦਾ ਬੈਰੀਅਰ ਹੈਗਾ ਆ ਤਾਂ ਵੀ ਜਾਓ, ਕੋਈ ਨਾ ਕੋਈ, ਜੇ ਸੁਣ ਕੇ ਨਾ ਪਤਾ ਲੱਗੂ ਵੇਖ ਕੇ ਤਾਂ ਪਤਾ ਲੱਗ ਪਤਾ ਜਾਊ। ਲੱਗ ਜੂਗਾ ਪ੍ਰੈਕਟੀਕਲੀ, ਜਿਹੜਾ ਉਹ ਚੀਜ਼ ਦਾ ਪਤਾ ਲੱਗ ਜਾਂਦਾ। ਬਾਕੀ ਜੇ ਪੰਜਾਬੀ 'ਚ ਇਨਫੋਰਮੇਸ਼ਨ ਤੁਸੀਂ ਚਾਹੁੰਦੇ, ਪੱਗ ਵਾਲਿਆਂ ਦਾ ਗਰੁੱਪ ਹੈਗਾ WhatsApp ਵਾਲਾ, ਫਿਰ ਪੱਗ ਜੁਆਇਨ ਕਰ ਲਓ। ਪੱਗ ਜੁਆਇਨ ਕਰੋ। ਬਾਕੀ ਜਿੱਦਾਂ ਡਾਕਟਰ ਰਿਆੜ, ਉੱਦਾਂ ਹੀ ਡਾਕਟਰ ਬਰਾੜ, ਡਾਕਟਰ ਜੋਸਨ, ਹੋਰ ਬਹੁਤ ਸਾਰੇ ਜਾਣੇ ਰਿਸੋਰਸਿਸ ਹੈਗੇ ਆ, resources ਅਵੇਲੇਬਲ ਆ। ਤੁਸੀਂ ਸਵਾਲ ਪੁੱਛੋ ਬਸ। ਤੁਸੀਂ ਪੁੱਛਣ ਵਾਲੇ ਬਣੋ, ਤੁਸੀਂ ਹਿੰਮਤ ਕਰੋ ਥੋੜੀ ਜੀ, ਹਾਂ, ਤੁਸੀਂ ਇਕੱਲੇ ਨਹੀਂਗੇ। ਇਕੱਲੇ ਨਹੀਂ, ਕਈਆਂ ਦੇ ਸੇਮ ਹੀ ਸਵਾਲ ਹੁੰਦੇ ਆ। ਜੇ ਸਰਵਾਈਵ ਕਰਨਾ ਕਿ ਨਹੀਂ, ਹੂੰ, ਤੇ ਤੁਸੀਂ ਕਿਸੇ ਦੀ ਜਾਣਕਾਰੀ ਦੇ ਸਿਰ ਤੇ ਸਰਵਾਈਵ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਆਪ ਉਸ ਕੰਮ ਦੇ ਮਾਹਿਰ ਨਹੀਂ ਬਣਦੇ। ਬਿਲਕੁਲ, ਹੱਥੀਂ ਕੰਮ ਕਰਨਾ ਹੀ ਉਹ ਜਿਹੜਾ ਉਹ ਪੈਣਾ ਹੀ ਪੈਣਾ ਹੈ। ਸੋ ਕਹਾਵਤ ਹੈ ਨਾ ਪੁਰਾਣੀ ਇੱਕ, ਪਰ ਹੱਥੀਂ ਵਣਜ ਸਨੇਹੀ ਖੇਤੀ, ਕਦੇ ਨਾ ਹੁੰਦੇ ਬੱਤੀਓਂ ਤੇਤੀ। ਸੋ ਇਹ ਸਾਰਾ ਕੁਝ ਆਪ ਕਰਨਾ ਪੈਣਾ ਆ। ਬਿਲਕੁਲ ਬਿਲਕੁਲ ਜੀ। ਸੋ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਬਹੁਤ ਧੰਨਵਾਦ ਡਾਕਟਰ ਰਿਆੜ, ਮਿਲਦੇ ਹਾਂ ਜੀ ਆਪਾਂ ਫਿਰ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ।